ਸੈੱਲ ਕੱਟਣ ਦਾ ਇਲਾਜ ਸਿਰਫ ਇੱਕ ਖੁਰਾਕ ਦੇ ਨਾਲ ਕੀਤਾ ਜਾਂਦਾ ਹੈ। ਇੱਥੇ ਟਾਈਫਾਇਡ ਦਾ ਇਲਾਜ ਸਿਰਫ ਇੱਕ ਗੋਲੀ ਦੇ ਨਾਲ ਕੀਤਾ ਜਾਂਦਾ ਹੈ। ਤਾਂ ਬਲਬੀਰ ਸਿੰਘ ਜੀ ਇਹ ਦਾਵਾ ਕਰ ਰਹੇ ਨੇ ਕਿ ਕੋਈ ਵੀ ਆ ਕੇ ਚੈਲੰਜ ਕਰ ਸਕਦਾ ਇਸ ਦਵਾਈ ਨੂੰ। ਇਸ ਦਵਾਈ ਨੇ 12 ਸਾਲਾਂ ਤੋਂ ਲੱਖਾਂ ਮਰੀਜ਼ ਠੀਕ ਕੀਤੇ ਨੇ। अपनी दवाई दे बारे ही नहीं दस रहे हो, तुसी एलोपैथी ਨੂੰ ਵੀ ਬੜਾ ਵੱਡਾ ਦਾਵਾ ਕਰ ਰਹੇ ਹੋ। ਐਲੋਪੈਥੀ ਦੇ ਵਿੱਚ ਇਲਾਜ ਹੀ ਹੈ ਨਹੀਂ ਜੀ। ਸਾਡੇ ਕੋਲੇ ਅੰਮ੍ਰਿਤਸਰ ਤੋਂ ਟੀਮ ਨੇ ਰੇਡ ਮਾਰੀ, ਆ ਕੇ ਪੁੱਛਦੇ ਆ ਜੀ ਤੁਸੀਂ ਇਹਦੇ ਵਿੱਚ ਐਲੋਪੈਥੀ ਪਾਈ ਹੋਈ ਆ ਜਿਹੜੀ ਇੰਨੀ ਛੇਤੀ ਕੰਮ ਕਰਦੀ ਆ। ਮੈਂ ਉਹਨਾਂ ਨੂੰ ਇੱਕ ਗੱਲ ਦਾ ਜਵਾਬ ਦਿੱਤਾ ਵੀ ਜੇ ਇਹਦੇ ਵਿੱਚ ਐਲੋਪੈਥੀ ਦੇ ਨਾਲ ਇਹਨਾਂ ਰਿਜ਼ਲਟ ਵਧੀਆ ਆਉਂਦਾ ਹੈ ਤੇ ਵੀ ਅਸੀਂ ਬੰਦ ਕਰ ਦਿੰਦੇ, ਤੁਸੀਂ ਐਲੋਪੈਥੀ ਦੇ ਨਾਲ ਲੋਕਾਂ ਦਾ ਇਲਾਜ ਕਰਕੇ ਦਿਖਾਓ। ਸੈੱਲ ਘਟਣ ਦਾ ਕਾਰਨ ਲੰਬਾ ਸਮਾਂ ਟਾਈਫਾਇਡ ਰਹਿੰਦਾ, ਸੈੱਲ ਘਟ ਜਾਂਦੇ ਨੇ। ਉਹਦੇ ਵਿੱਚ 1 ਤੋਂ 2 ਡੱਬੀਆਂ ਖਾਣੀਆਂ ਪੈ ਸਕਦੀਆਂ ਨੇ ਸਿਰਫ ਟਾਈਫਾਇਡ ਦੇ ਵਿੱਚ, ਵਰਨਾ ਡੇਂਗੂ ਵਾਲਾ ਜਿਵੇਂ ਹੁਣ ਡੇਂਗੂ ਦਾ ਮੱਛਰ ਦਾ ਕਾਰਨ ਡੇਂਗੂ ਕਾਰਨ ਸੈੱਲ ਘਟ ਗਏ, ਉਹ ਇੱਕ ਡੱਬੀ ਕਈ ਵਾਰੀ 4-4 ਪੇਸ਼ੈਂਟ ਉਹਨੂੰ ਦੇ ਦਿਓ ਤਾਂ 4 ਹੀ ਠੀਕ ਹੋ ਜਾਂਦੇ ਨੇ। ਤਾਂ ਬਸ ਇਹ ਵੀ ਦੇਖਿਆ ਕਿ ਜਦੋਂ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਪਰਿਵਾਰਕ ਮੈਂਬਰ ਆਯੁਰਵੈਦਿਕ ਜਿਹੜੀਆਂ ਮੈਡੀਸਿਨ ਹੁੰਦੀਆਂ ਡਾਕਟਰਾਂ ਤੋਂ ਚੋਰੀ ਉਹਨਾਂ ਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਅੰਦਰ ਅਲਾਉਡ ਨਹੀਂ ਕਰਦੇ। ਅੰਦਰ ਅਲਾਉਡ ਨਹੀਂ ਕਰਦੇ। ਸਾਡੇ ਨਾਲ ਸ਼ਹਿਰ ਆ, ਲੁਧਿਆਣਾ ਸ਼ਹਿਰ ਦੇ ਨਾਲ ਇੱਕ ਸ਼ਹਿਰ ਆ, ਉੱਥੇ ਹਸਪੀਟਲ ਦੇ ਵਿੱਚ ਇਹ ਦਵਾਈ ਸਟicker ਪਾੜ ਕੇ ਦਿੱਤੀ ਜਾਂਦੀ ਆ। ਪਹਿਲਾਂ ਬੰਦੇ ਨੂੰ 5-7 ਹਜ਼ਾਰ ਉਹਦਾ ਸ਼ਾਮ ਤੱਕ ਦਾ ਬਿੱਲ ਬਣਾਇਆ ਜਾਂਦਾ ਹੈ ਤੇ ਸਵੇਰੇ ਉਹਨੂੰ ਪਹਿਲਾਂ ਇਹ 1 ਚਮਚ ਦੇ ਦਿੰਦੇ ਨੇ ਤਾਂ ਕਿ ਸ਼ਾਮ ਤੱਕ ਬੰਦਾ ਕਾਇਮ ਹੋਵੇ ਤਾਂ 8-10 ਹਜ਼ਾਰ ਦਾ ਬਿੱਲ ਬਣਾ ਕੇ ਲੈ ਲੈਂਦੇ ਨੇ। ਸਾਨੂੰ ਕਈ ਵਾਰੀ ਆਫਰ ਆਈ ਹੈ ਵੀ ਇਹਦਾ ਰੇਟ 1200 ਕਰ ਦਿਓ, 1500 ਕਰ ਦਿਓ। ਅਸੀਂ ਕਿਹਾ ਵੀ ਰੇਟ ਇਹਦਾ ਇਹੀ ਰਹਿਣਾ। ਕੀ ਰੇਟ ਹੈ ਇਹਦਾ ਇਹ ਵੀ ਦੱਸੋ। ਇਹ ਲੋਕ 590 ਰੁਪਏ ਦਾ ਪ੍ਰਿੰਟ ਰੇਟ। ਅੱਛਾ, ਇਹ ਦਾਵਾ ਹੈ ਕਿ 590 ਰੁਪਏ ਦੇ ਵਿੱਚ ਤੁਹਾਡੇ ਲੱਖਾਂ ਦੇ ਇੱਕ ਤਾਂ ਖਰਚੇ ਬਚਣੇ ਨੇ, ਤੁਸੀਂ ਠੀਕ ਵੀ ਹੋ ਜਾਣਾ। 590 ਦੇ ਵਿੱਚ 5 ਪੇਸ਼ੈਂਟ ਠੀਕ ਕਰ ਦਿੰਦੀ ਆ ਜੀ ਇਹ। ਕਿੰਨੇ ਸੈੱਲ ਸੀਗੇ ਜਦੋਂ ਦਵਾਈ ਲੈਣ ਆਏ ਸੀ? ਸੈੱਲ ਮੇਰੀ ਜੀ 33000 ਸੀਗੇ ਤੇ ਮੈਂ 2 ਖੁਰਾਕਾਂ ਲਈਆਂ ਤੇ ਘੰਟੇ 1.5 ਘੰਟੇ ਬਾਅਦ ਮੈਂ ਉੱਠ ਕੇ ਰੋਟੀ ਵੀ ਖਾ ਲਈ। ਇਹਦੇ ਵਿੱਚ ਇਕੱਲਾ ਇਹ ਨਹੀਂ ਹੈਗਾ ਕਿ ਮੱਛਰ ਤੇ ਡੇਂਗੂ ਦੇ ਨਾਲ ਹੀ ਸੈੱਲ ਘਟਦੇ ਆ, ਟਾਈਫਾਇਡ ਦੇ ਨਾਲ ਸੈੱਲ ਘਟ ਗਏ ਤਾਂ ਵੀ ਕੰਮ ਕਰਦੀ ਆ। ਕੈਂਸਰ ਪੇਸ਼ੈਂਟ ਦੇ ਸੈੱਲ ਘਟ ਗਏ, ਹੁਣ ਇਹਦੇ ਵਿੱਚ ਅਸੀਂ ਹੋਰ ਮੈਡੀਸਨ ਐਡ ਕੀਤੀ ਆ ਜਿਹੜੀ ਕੈਂਸਰ ਦੇ ਸੈੱਲ ਕੈਂਸਰ ਦੇ ਨਾਲ ਵੀ ਘਟਦੇ ਆ ਉਹਨੂੰ ਵੀ ਪੂਰੇ ਕਰਦੀ ਆ। ਬਲੱਡ ਕੈਂਸਰ ਹੋ ਜੇ ਤਾਂ ਪੂਰੇ ਕਰਦੀ ਆ। ਜਿਹਨੂੰ ਕੈਂਸਰ ਦੇ ਸੈੱਲ ਨਹੀਂ ਹੈਗੇ ਉਹਨੂੰ ਵੀ ਇਹੀ ਦਵਾਈ ਕੈਂਸਰ ਦੀ ਵਜ੍ਹਾ ਦੇ ਨਾਲ ਸੈੱਲ ਘਟ ਜਾਣ ਤਾਂ ਵੀ ਪੂਰੇ ਕਰੇਗੀ। ਗੋਡਿਆਂ ਦੀ ਗਰੀਸ ਵਾਸਤੇ ਸਾਡੇ ਕੋਲ ਸਪੈਸ਼ਲ ਪੰਜੀਰੀ ਆ, 1 ਮਹੀਨਾ ਖਿਲਾ ਦਿਓ, ਗੋਡਿਆਂ ਦੀ ਗਰੀਸ ਦੀ ਆਵਾਜ਼ ਬੰਦ ਨਾ ਹੋਈ ਤਾਂ ਉਹਨੂੰ ਦਵਾਈ ਫਰੀ ਦੇ ਉਹਦੇ ਪੈਸੇ ਵਾਪਸ ਹੋਣਗੇ। ਰਲਦੇ ਮਿਲਦੇ ਨਾਂ ਤਾਂ ਰੱਖੇ, ਸਾਰਾ ਕੁਝ ਇਹ ਵੀ ਸੇਮ ਕਰਕੇ 1-2 ਆਈਟਮਾਂ ਵਧਾ ਲਈਆਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੀ ਬਣਾਉਣ ਦੀ ਵਿਧੀ ਕੀ ਆ। ਜਦੋਂ ਤੁਸੀਂ ਉਹਨੂੰ ਚੈੱਕ ਕਰੋ ਇਹਨੂੰ ਚੈੱਕ ਕਰੋਗੇ ਜ਼ਮੀਨ ਤੇ ਅਸਮਾਨ ਦਾ ਫਰਕ ਪੈ ਜਾਣਾ। ਮੈਂ ਗਾਰੰਟੀ ਦਿੰਦਾ, ਅਸੀਂ 3 ਸਾਲ ਲਿਖਿਆ, ਇਹਦੀ ਐਕਸਪਾਇਰੀ ਡੇਟ 3 ਸਾਲ ਸਾਨੂੰ ਲਿਖਣੀ ਪੈਂਦੀ ਆ, ਪਰ 50 ਸਾਲ ਨਹੀਂ ਖਰਾਬ ਹੋ ਸਕਦੀ, ਇਹ ਵੀ ਗਾਰੰਟੀ ਆ। ਇਹ ਅਮਰੀਕਾ ਕੈਨੇਡਾ ਵੀ ਗਈ ਹੋਈ ਆ। ਜਿਹੜੇ ਬੰਦੇ ਇੱਥੋਂ ਜਾਂਦੇ ਨੇ ਉਹਨਾਂ ਨੂੰ ਪ੍ਰੋਬਲਮ ਹੋਵੇ ਜਾਂ ਨਾ ਹੋਵੇ ਨਾਲ 4-4 10-10 ਡੱਬੀਆਂ ਨਾਲ ਲੈ ਕੇ ਜ਼ਰੂਰ ਜਾਂਦੇ ਆ। ਜਿਹੜੇ ਇਸ ਦਵਾਈ ਬਾਰੇ ਜਾਣੂ ਨੇ ਜਿਹੜੇ ਉਹ ਨਾਲ ਲੈ ਕੇ ਜਾਂਦੇ ਨੇ। डेली पोस्ट पंजाबी देख रहे तमाम दर्शकों का मैं सुमन जेटली स्वागत करती हूँ। इस वीडियो को देख रहा हर व्यक्ति या कह लो कि ज्यादातर लोग किसी ना किसी बीमारी तो पीड़ित होने ने। शायद तुसी डॉक्टरों के चक्कर ला ला के थक गए होंगे। जैसे मौसम की गल करिए तो बाहर बरसात हो रही है। मेरे कैमरामैन विक्की तुहानू बाहर की तस्वीर भी दिखाउणगे इस मौसम तो बाद। हालांकि मौसम ने अपना मिजाज बदलिया पर इस मौसम तो बाद सब तो वड्डी जिहड़ी दिक्कत तुहानू आउणी है वो डेंगू के जिहड़े मच्छर ने ते उस तो बाद प्लेटलैट्स कटने ने, ਹਸਪਤਾਲਾਂ ਦੇ ਚੱਕਰ ਲੱਗਣੇ ਨੇ, ਲੱਖਾਂ ਦਾ ਖਰਚਾ ਤੁਹਾਡੇ ਹੱਥ ਦੇ ਵਿੱਚ ਬਿੱਲ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਆ ਜਾਣਾ ਹੈ ਪਰ ਹੱਲ ਨਹੀਂ ਨਿਕਲਦਾ। ਤਾਂ ਇੱਕ ਮਾਹਿਰ ਮੇਰੇ ਨਾਲ ਮੌਜੂਦ ਨੇ, ਬਲਬੀਰ ਸਿੰਘ ਜੀ। ਇੱਕ ਦਹਾਕੇ ਤੋਂ ਉੱਪਰ ਦਾ ਸਮਾਂ ਇਹਨਾਂ ਨੂੰ ਹੋ ਚੁੱਕਾ ਹੈ ਤਾਂ ਜਿਸ ਥਾਂ ਤੇ ਬੈਠੇ ਹੋਏ ਨੇ ਇਸੇ ਥਾਂ ਤੇ ਬੈਠ ਕੇ ਬਹੁਤ ਸਾਰੇ ਮਰੀਜ਼ਾਂ ਨੂੰ ਡੇਂਗੂ ਦੀ ਮੁਫਤ ਦਵਾਈ ਦਿੰਦੇ ਹੁੰਦੇ ਸਨ। ਉਸ ਤੋਂ ਬਾਅਦ ਇਹਨਾਂ ਨੇ ਉਸ ਦਵਾਈ ਦਾ ਚਾਰਜ ਕਰਨਾ ਸ਼ੁਰੂ ਕਰ ਦਿੱਤਾ। ਇਸ ਦਵਾਈ ਨੂੰ ਇਹ ਗਿੱਦੜ ਸਿੰਘੀ ਮੰਨਦੇ ਨੇ। ਜਿਸ ਵਿਅਕਤੀ ਦੇ ਕੋਲ ਇਹ ਦਵਾਈ ਹੈ ਤੇ ਜੇ ਉਹ ਡੇਂਗੂ ਦਾ ਮਰੀਜ਼ ਹੈ ਤਾਂ ਇਸ ਦਵਾਈ ਦੀ ਮਦਦ ਦੇ ਨਾਲ ਸਿਰਫ ਇੱਕੋ ਖੁਰਾਕ ਦੇ ਨਾਲ ਇਹ ਦਾਵਾ ਇਹ ਕਰ ਰਹੇ ਨੇ, ਅਸੀਂ ਨਹੀਂ ਕਹਿ ਰਹੇ। ਬਾਕੀ ਦੀ ਗੱਲ ਬਲਬੀਰ ਸਿੰਘ ਜੀ ਆਪ ਤੁਹਾਨੂੰ ਦੱਸਣਗੇ। ਹੱਥ ਵਿੱਚ ਜਿਹੜੀ ਦਵਾਈ ਫੜ ਕੇ ਤੁਸੀਂ ਬੈਠੇ ਹੋਏ ਹੋ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਵਿੱਚ ਤੇ ਇਸ ਦਵਾਈ ਬਾਰੇ ਥੋੜਾ ਦੱਸੋ। ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਚੈਨਲ ਦਾ ਤੁਹਾਡਾ ਜੀ ਆਇਆਂ ਕਹਿੰਦਾ ਤੇ ਦਰਸ਼ਕਾਂ ਦਾ ਡੇਲੀ ਪੋਸਟ ਵਾਲੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੈਂ ਜੀ ਮੇਰਾ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਦਵਾਈ
ਮੈਡਮ ਅਸੀਂ ਤਕਰੀਬਨ 10 ਤੋਂ 12 ਸਾਲ ਤੋਂ ਬਣਾ ਕੇ ਹੀ ਦੇ ਰਹੇ ਹਾਂ। ਪਹਿਲਾਂ ਇਹ ਬਿਲਕੁਲ ਅਸੀਂ ਪਾਊਡਰ ਦੇ ਰੂਪ ਦੇ ਵਿੱਚ ਦਿੰਦੇ ਸੀਗੇ। ਇਹਦੀ ਖਾਸੀਅਤ ਇਹ ਹੈ ਵੀ ਅਸੀਂ ਪਹਿਲਾਂ ਸਿਰਫ 1 ਡੋਜ਼ ਨਾਲ ਹੀ ਦਿੰਦੇ ਸੀ, 1 ਡੋਜ਼ ਦਿੰਦੇ ਸੀ, ਫ੍ਰੀ ਦਿੰਦੇ ਸੀਗੇ। ਤੇ ਇਹ 6 ਤੋਂ 7 ਘੰਟੇ 'ਚ ਸਿਰਫ ਪੇਸ਼ੈਂਟ ਆਪਣੇ ਆਪ ਦੱਸਦਾ ਸੀ ਕਿ ਵੀ ਮੈਂ ਤਾਂ ਕੰਮ ਤੇ ਜਾ ਰਿਹਾ। ਜਿਹੜੇ ਬੰਦੇ ਨੂੰ ਚੱਕ ਕੇ ਲਿਆਉਣਾ, ਮੰਨ ਲਓ ਕਿਸੇ ਪੇਸ਼ੈਂਟ ਨੂੰ ਚੱਕ ਕੇ ਲਿਆਉਣਾ ਵੀ ਲੱਤਾਂ ਉਹਦੀਆਂ ਦਰਦ ਕਰਦੀਆਂ, ਤੁਰਿਆ ਨਹੀਂ ਜਾ ਰਿਹਾ, ਉਹਨੂੰ ਅਸੀਂ ਇੱਕ ਪੁੜੀ ਦਿੰਦੇ ਸੀ ਤੇ ਦੂਸਰੇ ਦਿਨ ਉਹ ਆ ਕੇ ਕਹਿੰਦਾ ਸੀਗਾ ਜੀ ਆ ਦੂਜੇ ਨੂੰ ਦਿਓ, ਮੈਂ ਤਾਂ ਕੱਲ ਮੈਂ ਲੈ ਗਿਆ ਸੀ ਤੇ ਮੈਂ ਠੀਕ ਹਾਂ। ਠੀਕ ਹੈ, ਇਸ ਤਰ੍ਹਾਂ ਮਤਲਬ ਇਹਦਾ ਇੰਨਾ ਵਧੀਆ ਰਿਜ਼ਲਟ ਸਾਨੂੰ ਨਿਕਲਿਆ ਤੇ ਜਿਹਦੇ ਨਾਲ ਵੀ ਸਾਨੂੰ 2016 ਦੇ ਵਿੱਚ ਅਸੀਂ ਇੱਕ ਦਿਨ ਦੇ ਵਿੱਚ 1950 ਪੇਸ਼ੈਂਟ ਫ੍ਰੀ ਭੁਗਤਾਇਆ ਸੀ। ਔਰ ਇੰਨਾ ਪੇਸ਼ੈਂਟ ਮਤਲਬ ਫ੍ਰੀ ਭੁਗਤਾਉਣ ਤੋਂ ਬਾਅਦ ਫਿਰ ਇਹਦੀ ਸਾਨੂੰ ਕੀਮਤ ਲਾਉਣੀ ਪਈ। ਫਿਰ ਇਹਦੇ ਵਿੱਚ ਅਸੀਂ ਐਡ ਕੀਤਾ ਹਨੀ, ਜਿਹੜਾ ਕਿ ਅਸੀਂ ਗਾਹਕ ਨੂੰ ਦਿੰਦੇ ਆ ਤੇ ਉਹ ਹਨੀ ਕਦੇ ਕਿਸੇ ਕੰਪਨੀ ਦਾ ਵਰਤ ਲੈਂਦਾ, ਕਦੇ ਕਿਸੇ ਕੰਪਨੀ ਦਾ ਵਰਤ ਲੈਂਦਾ, ਕਈ ਵਾਰੀ ਰਿਜ਼ਲਟ ਨਾ ਆਉਣ ਕਰਕੇ ਫਿਰ ਅਸੀਂ ਇਹਦੇ ਵਿੱਚ ਆਪਣਾ ਹਨੀ ਆਪ ਵਿੱਚ ਐਡ ਕਰਕੇ ਜਦੋਂ ਪਹਿਲਾਂ ਤੁਸੀਂ ਇਕੱਲੀ ਪੂੜੀ ਦਿੰਦੇ ਵਾਲੀ ਪੁੜੀ ਦਿੰਦੇ ਸੀਗੇ ਤੇ ਫਿਰ ਇਹਦੇ ਵਿੱਚ ਹਨੀ ਅਸੀਂ ਆਪ ਮਿਲਾਇਆ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ। ਕਿਉਂਕਿ ਬੰਦਾ ਤਾਂ ਉਸ ਟਾਈਮ ਬਿਲਕੁਲ ਇਦਾਂ ਹੁੰਦਾ ਵੀ ਜਿਵੇਂ ਵੈਂਟੀਲੇਟਰ ਤੇ ਜਾਣ ਵਾਲਾ ਹੁੰਦਾ, ਉਧਰ ਹਨੀ ਸਹੀ ਨਾ ਹੋਣ ਕਾਰਨ ਪ੍ਰੋਬਲਮ ਆ ਜਾਂਦੀ ਆ ਤੇ ਸਾਨੂੰ ਅਗਲਾ ਆ ਕੇ ਕਹਿੰਦਾ ਜੀ ਥੋੜੇ ਕੰਮ ਨਹੀਂ ਕੀਤਾ, ਫਿਰ ਦਿੱਕਤ ਆਉਂਦੀ। ਇਸ ਕਰਕੇ ਅਸੀਂ ਇਹਦੇ ਵਿੱਚ ਹਨੀ ਬੇਸ ਕੰਪਲੀਟ ਕਰਕੇ ਡੱਬੀ ਤਿਆਰ ਕੀਤੀ ਆ। ਹੁਣ ਇਹਦੇ ਰਿਜ਼ਲਟ ਅਸੀਂ ਇੱਥੋਂ ਤੱਕ ਵੀ ਲਏ ਆ ਵੀ ਸਾਨੂੰ ਪੇਸ਼ੈਂਟ ਹਸਪਤਾਲ ਦੇ ਵਿੱਚ ਦਾਖਲ ਹੁੰਦੇ ਨੇ, 20,000 ਸੈੱਲ ਰਹਿ ਗਏ, ਅਸੀਂ ਉਹਨਾਂ ਨੂੰ 1 ਡੋਜ਼ ਦੇ ਦਈਏ ਤੇ ਮੇਰਾ ਖਿਆਲ ਆ ਵੀ 5-7 ਘੰਟਿਆਂ ਦੇ ਵਿੱਚ ਹੀ ਬੰਦਾ ਦੱਸਦਾ ਵੀ ਮੇਰੀ ਸਰੀਰ ਦੇ ਵਿੱਚ ਤਾਕਤ ਆ ਗਈ ਆ। ਔਰ ਜਦੋਂ ਦੂਸਰੇ ਦਿਨ ਸਵੇਰੇ ਉਹਦਾ ਬਲੱਡ ਟੈਸਟ ਕੀਤਾ ਜਾਂਦਾ ਤਾਂ 40 ਤੋਂ 50,000 60,000 ਸੈੱਲ ਪਲੱਸ ਹੋਏ ਹੁੰਦੇ ਨੇ। ਤੁਸੀਂ ਸਿਰਫ ਆਪਣੀ ਦਵਾਈ ਦੇ ਬਾਰੇ ਹੀ ਨਹੀਂ ਦੱਸ ਰਹੇ ਹੋ, ਤੁਸੀਂ ਐਲੋਪੈਥੀ ਨੂੰ ਵੀ ਬੜਾ ਵੱਡਾ ਦਾਅਵਾ ਕਰ ਰਹੇ ਹੋ। ਐਲੋਪੈਥੀ ਦੇ ਵਿੱਚ ਇਲਾਜ ਹੀ ਹੈ ਨਹੀਂ ਜੀ, ਐਲੋਪੈਥੀ ਦੇ ਵਿੱਚ ਇਲਾਜ ਨਹੀਂ। ਅਸੀਂ ਦਵਾਈ ਤਿਆਰ ਕੀਤੀ, ਸਾਡੇ ਕੋਲੇ ਹੁਣ ਗੱਲ ਵੱਡੀ ਹੋ ਜਾਂਦੀ ਹੈ, ਸਾਡੇ ਕੋਲੇ ਅੰਮ੍ਰਿਤਸਰ ਤੋਂ ਟੀਮ ਨੇ ਰੇਡ ਮਾਰੀ, ਆ ਕੇ ਪੁੱਛਦੇ ਆ ਜੀ ਤੁਸੀਂ ਇਹਦੇ ਵਿੱਚ ਐਲੋਪੈਥੀ ਪਾਈ ਹੋਈ ਆ ਜਿਹੜੀ ਇੰਨੀ ਛੇਤੀ ਕੰਮ ਕਰਦੀ ਆ। ਮੈਂ ਉਹਨਾਂ ਨੂੰ ਇੱਕ ਗੱਲ ਦਾ ਜਵਾਬ ਦਿੱਤਾ ਵੀ ਜੇ ਇਹਦੇ ਵਿੱਚ ਐਲੋਪੈਥੀ ਦੇ ਨਾਲ ਇਹਨਾਂ ਰਿਜ਼ਲਟ ਵਧੀਆ ਆਉਂਦਾ ਹੈ ਤੇ ਫਿਰ ਅਸੀਂ ਬੰਦ ਕਰ ਦਿੰਦੇ, ਤੁਸੀਂ ਐਲੋਪੈਥੀ ਦੇ ਨਾਲ ਲੋਕਾਂ ਦਾ ਇਲਾਜ ਕਰਕੇ ਦਿਖਾਓ। ਤੇ ਦੂਸਰੇ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਇਹਦੇ ਵਿੱਚ ਹੋਮਿਓਪੈਥੀ ਪਾਈ ਹੋਈ ਆ। ਮੈਂ ਕਿਹਾ ਇੰਨੀ ਛੇਤੀ ਹੋਮਿਓਪੈਥੀ ਦਾ ਰਿਜ਼ਲਟ ਦੇ ਦਿਓ, ਅਸੀਂ ਤਾਂ ਵੀ ਬੰਦ ਕਰ ਦਿੰਦੇ ਆ, ਅਸੀਂ ਨਹੀਂ ਬਣਾਉਂਦੇ। ਉਹ 10-10 ਡੱਬੀਆਂ ਸਾਡੇ ਕੋਲੋਂ ਲੈ ਕੇ ਗਏ ਨੇ ਔਰ ਉਹਨਾਂ ਨੂੰ ਪਤਾ ਸੀਗਾ ਵੀ ਇਹ ਚੈਲੰਜ ਹੋ ਰਿਹਾ ਹੈ ਵੀ ਇੰਨੀ ਵੱਡੀ ਇੰਨੀ ਜਲਦੀ ਜਿਹੜੀ ਇਹ ਸੈੱਲ ਨੂੰ ਇਨਕਰੀਜ਼ ਕਰਦੀ ਆ। 10-10 ਹਜ਼ਾਰ ਵਾਲੇ ਤਾਂ ਸਾਡੇ ਤੇ ਏਰੀਆ ਦੇ ਬੰਦੇ ਡਰਦੇ ਨਹੀਂ ਹੈਗੇ, ਸੈੱਲਾਂ ਵਾਲੇ ਸਾਡੇ ਏਰੀਆ ਦੇ ਬੰਦੇ ਨਹੀਂ ਡਰਦੇ ਵੀ ਸੈੱਲ ਘਟ ਗਏ ਵੀ ਭੱਜੋ ਹਸਪਤਾਲ ਨੂੰ, ਉਹ ਤਾਂ ਇੱਥੇ ਆਉਣਗੇ 1 ਡੱਬੀ ਲੈ ਜਾਣੇ ਬਸ। ਡਾਕਟਰ ਕਹਿੰਦੇ ਹੁੰਦੇ ਨੇ, ਅਸੀਂ ਕਹਿੰਦੇ ਸੁਣਿਆ ਬੜੀ ਡਾਕਟਰਸ ਨੂੰ ਕਿ ਸੀਜ਼ਨ ਲੱਗ ਗਿਆ ਹੁਣ ਡੇਂਗੂ ਦਾ, ਕਿਉਂਕਿ ਮਰੀਜ਼ ਬਹੁਤ ਜ਼ਿਆਦਾ ਹੋ ਜਾਂਦੇ ਨੇ ਤਾਂ ਮੋਟੀ ਕਮਾਈ ਵੀ ਹੋ ਜਾਂਦੀ ਹੈ। ਜਦੋਂ ਮਰੀਜ਼ ਨੂੰ ਦਾਖਲ ਕਰ ਲੈਣਾ ਹੈ, ਉਸਨੇ ਐਡਮਿਟ ਹੋ ਜਾਣਾ ਹੈ, ਡ੍ਰਿਪ ਲੱਗ ਜਾਣੀ ਹੈ ਉਹਦੇ, ਤਾਂ ਪਤਾ ਹੀ ਨਹੀਂ ਹੈ ਕਿੰਨੇ ਦਿਨ ਉਹਨੇ ਦਾਖਲ ਰਹਿਣਾ ਤੇ ਕਿੰਨੇ ਦਿਨ ਬਾਅਦ ਉਹਨੇ ਸੈੱਲ ਜਿਹੜੇ ਨੇ, ਪਲੇਟਲੈਟਸ ਜਿਹੜੇ ਨੇ ਉਹ ਵੱਧਣੇ ਸ਼ੁਰੂ ਹੋਣੇ ਨੇ। ਬਿਲਕੁਲ ਜੀ ਬਿਲਕੁਲ। ਅੱਛਾ, ਇੱਕ ਇਹਦੇ ਵਿੱਚ ਹੋਰ ਹੁੰਦੀ ਆ ਵੀ ਸੈੱਲ ਜਿਵੇਂ ਘਟਦੇ ਨੇ, ਸੈੱਲ ਘਟਣ ਦਾ ਕਾਰਨ ਲੰਬਾ ਸਮਾਂ ਟਾਈਫਾਇਡ ਰਹਿੰਦਾ, ਸੈੱਲ ਘਟ ਜਾਂਦੇ ਨੇ। ਉਹਦੇ ਵਿੱਚ 1 ਤੋਂ 2 ਡੱਬੀਆਂ ਖਾਣੀਆਂ ਪੈ ਸਕਦੀਆਂ ਨੇ ਸਿਰਫ ਟਾਈਫਾਇਡ ਦੇ ਵਿੱਚ, ਵਰਨਾ ਡੇਂਗੂ ਵਾਲਾ ਜਿਵੇਂ ਹੁਣ ਡੇਂਗੂ ਦਾ ਮੱਛਰ ਦਾ ਕਾਰਨ, ਡੇਂਗੂ ਕਾਰਨ ਸੈੱਲ ਘਟ ਗਏ, ਉਹ 1 ਡੱਬੀ ਕਈ ਵਾਰੀ 4-4 ਪੇਸ਼ੈਂਟ ਉਹਨੂੰ ਦੇ ਦਿਓ ਤਾਂ 4 ਹੀ ਠੀਕ ਹੋ ਜਾਂਦੇ ਨੇ। ਇੱਕੋ ਹੀ ਡੱਬੀ 4 ਬੰਦੇ ਨੂੰ ਪੇਸ਼ੈਂਟ ਨੂੰ ਠੀਕ ਕਰ ਦਿੰਦੀ ਹੈ। ਹੁਣ ਤੱਕ 10-12 ਸਾਲ ਦੇ ਸਫ਼ਰ ਦੇ ਵਿੱਚ ਕਿਹੜਾ ਮਰੀਜ਼ ਆਇਆ ਸਭ ਤੋਂ ਘੱਟ ਸੈੱਲ ਵਾਲਾ, ਕਿਹੜਾ ਆਇਆ ਜਿਹਨੇ ਇੱਕ ਖੁਰਾਕ ਦੇ ਵਿੱਚ ਦੱਸਿਆ ਕਿ ਇੰਨੇ ਸੈੱਲ ਵੱਧ ਗਏ? 6 ਤੋਂ 7 ਹਜ਼ਾਰ 10 ਹਜ਼ਾਰ ਦੇ ਤਾਂ ਮਤਲਬ ਬੇਗਿਣਤੀ ਤੋਂ ਬਾਹਰ ਹੀ ਨੇ। ਇੱਕ ਪੇਸ਼ੈਂਟ ਮੈਂ ਤੁਹਾਨੂੰ ਦੱਸਾਂ, ਮੇਰੇ ਕੋਲੇ ਇੱਕ ਪੰਜਾਬ ਮੈਡੀਕਲ ਸਟੋਰ ਰੋਪੜ, ਜਿਹੜਾ ਕਿ ਬਿਲਕੁਲ ਸਰਕਾਰੀ ਹਸਪਤਾਲ ਦੇ ਸਾਹਮਣੇ ਆ, ਉੱਥੇ ਮੇਰੀ ਮੈਡੀਸਨ ਜਾਂਦੀ। ਇਹ ਅਸੀਂ ਉਧਰ ਨੂੰ ਗੇੜਾ ਲਾਇਆ ਤੇ ਮੈਨੂੰ ਉਹ ਡਾਕਟਰ ਸਾਹਿਬ ਉੱਪਰ ਲੈ ਗਏ, ਮੈਨੂੰ ਕਹਿੰਦੇ ਡਾਕਟਰ ਸਾਹਿਬ ਉੱਪਰ ਬੈਠਦੇ ਆ। ਚਲੋ ਉੱਪਰ ਬੈਠੇ ਤੇ ਮੈਨੂੰ ਕਹਿੰਦੇ ਵੀ ਡਾਕਟਰ ਸਾਹਿਬ ਇਹ 'ਚ ਪਾਇਆ ਇਹੋ ਜਿਹਾ ਕੀ ਆ ਵੀ ਜਿਹੜਾ ਇਦਾਂ ਜਾਦੂ ਕਰਦਾ। ਅਸੀਂ ਕਿਹਾ ਕੀ ਹੋ ਗਿਆ? ਮੈਨੂੰ ਕਹਿੰਦੇ ਵੀ ਤੁਸੀਂ ਕਿੰਨੇ ਕੁ ਤੱਕ ਰਿਜ਼ਲਟ ਲੈ ਲਿਆ, ਕਿੰਨੇ ਪਲੇਟਲੈਟਸ ਘੱਟ ਤੋਂ ਘੱਟ ਰਿਜ਼ਲਟ ਲਿਆ? ਮੈਂ ਕਿਹਾ ਜੀ ਵੀ ਅਸੀਂ 10 ਤੱਕ 7 ਤੱਕ ਤਾਂ ਲਿਆ ਹੋਇਆ, ਵੀ ਬੇਫਿਕਰ ਹੋ ਕੇ ਦੇ ਦਿਆ ਕਰੋ। ਉਹ ਕਹਿੰਦੇ ਜੀ ਬਹਿ ਜਾਓ। ਮੈਂ ਕਿਹਾ ਕੀ ਗੱਲ ਹੋ ਗਈ? ਉਹ ਕਹਿੰਦੇ ਵੀ ਮੇਰੇ ਕੋਲੇ 15 ਦਿਨ ਪਹਿਲਾਂ ਹਸਪਤਾਲ ਦੇ ਵਿੱਚੋਂ ਜਵਾਬ ਦਿੱਤਾ ਇਹਨਾਂ ਨੇ, 7 ਸਾਲ ਦਾ ਬੱਚਾ ਸਰਦਾਰ ਜੀ ਇੱਦਾਂ ਲੈ ਕੇ ਆਏ ਨੇ, ਨੱਕ ਦੇ ਵਿੱਚ, ਕੰਨ ਚੋਂ, ਨੱਕ ਚੋਂ ਬਲੱਡ ਜਾ ਰਿਹਾ ਔਰ 3,000 ਸਿਰਫ ਉਹਨਾਂ ਦੇ ਪਲੇਟਲੈਟਸ ਰਹਿ ਗਏ ਨੇ। ਅੱਛਾ, ਵੀ ਮੇਰਾ ਬੱਚਾ ਬਚ ਸਕਦਾ ਇੱਦਾਂ, ਨਾਲੇ ਅੱਖਾਂ ਭਰੀਆਂ ਹੋਈਆਂ ਤੇ ਨਾਲੇ ਬੱਚਾ ਉਹਦੀ ਗੋਦ ਦੇ ਵਿੱਚ ਸੀਗਾ। ਉਹ ਮੇਰਾ ਤੁਹਾਡਾ ਦਵਾਈ ਦਾ ਸਟicker ਦੇਖ ਕੇ ਮੇਰੇ ਕੋਲੇ ਆ ਗਿਆ ਕਿ ਵੀ ਮੇਰਾ ਵੀ ਬੱਚਾ ਬਚ ਸਕਦਾ ਹੈ ਦਵਾਈ ਨਾਲ।
ਉਹ ਕਹਿੰਦੇ ਜੀ ਵੀ ਮੈਂ ਕਿਹਾ ਵੀ ਮੈਂ ਇਹਨੂੰ ਕੁਛ ਇੱਥੇ ਦਾਖਲ ਨਹੀਂ ਕਰ ਸਕਦਾ, ਵੀ ਆ ਇੱਕ ਦਵਾਈ ਹੈਗੀ ਆ ਤੁਸੀਂ ਲੈ ਜਾਓ। ਕਹਿੰਦਾ ਮੈਂ ਆਪਣੇ ਡੱਬਿਆ ਰੋਟੀ ਵਾਲੇ ਦੇ ਵਿੱਚੋਂ ਚਮਚ ਦਿੱਤਾ ਕੋਲੋਂ, ਤੇ ਉਹ ਡੱਬੀ ਉਹਦੇ ਖੋਲ ਕੇ ਅੱਧਾ ਚਮਚ ਮੈਂ ਉਹਦੇ ਮੂੰਹ 'ਚ ਪਾ ਦਿੱਤਾ। ਅੱਧਾ ਚਮਚ ਮੂੰਹ 'ਚ ਪਾ ਕੇ ਉਹਨਾਂ ਨੂੰ ਗੱਡੀ ਦੇ ਵਿੱਚ ਤੋਰਤਾ ਵੀ ਤੁਸੀਂ ਇਹਨੂੰ ਜਿੱਥੇ ਲੈ ਕੇ ਜਾਣਾ ਲੈ ਜਾਓ, ਅੱਧੇ ਘੰਟੇ ਬਾਅਦ ਅੱਧਾ ਚਮਚ ਦਿਓ। ਉਹਦੇ ਪੈਸੇ ਵੀ ਨਹੀਂ ਲਏ ਉਹਨੇ। ਕਹਿੰਦਾ ਮੇਰੇ ਕੋਲੇ ਅਗਲੇ ਹਫਤੇ ਉਹ ਬੰਦਾ ਆਇਆ, ਨਾਲੇ ਪੈਸੇ ਦੇ ਕੇ ਗਿਆ ਤੇ ਨਾਲੇ ਡੱਬਾ ਦੇ ਕੇ ਗਿਆ, ਤੇ ਨਾਲੇ ਕਹਿੰਦਾ ਵੀ ਅੱਜ ਮੇਰੇ ਮੁੰਡੇ ਦੇ 2,15,000 ਸੈੱਲ ਨੇ। 3000 ਸੈੱਲ ਤੋਂ 3000 ਕਿੰਨੀਆਂ ਖੁਰਾਕਾਂ ਲਈਆਂ ਸੀ ਉਹਨੇ? ਇੱਕ ਡੱਬੀ ਦਿੱਤੀ ਸੀ, ਇਹ 'ਚ ਸਿਰਫ 6 ਖੁਰਾਕਾਂ ਨੇ। ਬੱਚੇ ਨੂੰ ਕਰਕੇ 12 ਦਿੱਤੀਆਂ ਹੋਣਗੀਆਂ ਉਹਨਾਂ ਨੇ, ਅੱਧਾ ਤੇ ਜੰਮੇ ਕਰਕੇ। ਇੱਥੋਂ ਤੱਕ ਦੇ ਰਿਜ਼ਲਟ ਨੇ। ਤੇ ਇਸ ਖੁਰਾਕ ਦੇ ਲੈਣ ਦਾ ਕੀ ਹਿਸਾਬ ਹੈ? ਜਿਸ ਤਰ੍ਹਾਂ ਤੁਸੀਂ ਕਿ ਬੱਚੇ ਨੂੰ ਅੱਧੀ ਚਮਚ ਦੇ ਦਿੱਤੀ ਹੋਣੀ ਹੈ। ਡਾਇਰੈਕਟ ਲੈਣੀ ਆ, ਮਿੱਠੀ ਹੋਈ ਆ ਇਹ। ਚੰਗੀ ਤਰ੍ਹਾਂ ਇਹਨੂੰ ਹਿਲਾ ਕੇ, ਇੱਕ ਚਮਚ ਵੱਡੇ ਦੀ ਡੋਜ਼ ਆ, ਮਿੱਠੀ ਆ, ਖਿਲਾ ਕੇ ਇਦਾਂ ਹੀ ਉੱਪਰੋਂ ਗਰਮ ਦੁੱਧ ਪਿਲਾ ਦਿਓ। ਬੰਦੇ ਨੂੰ ਟੈਸਟ ਕਰਾਉਣ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਬੋਡੀ ਦੱਸਦੀ ਆ ਵੀ ਬੰਦਾ, ਮੈਂ ਕਹਿੰਦਾ ਵੀ ਮੈਂ ਕੰਮ ਤੇ ਚੱਲਿਆ। ਜਿਹੜਾ ਕਹਿੰਦਾ ਉੱਠ ਨਹੀਂ ਸਕਦਾ ਉਹ ਕੰਮ ਤੇ ਚਲੇ ਜਾਂਦਾ 7 ਘੰਟੇ 'ਚ। ਸਿੰਘ ਸਾਹਿਬ, ਅਸੀਂ ਇਹ ਵੀ ਦੇਖਿਆ ਕਿ ਜਦੋਂ ਮਰੀਜ਼ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਪਰਿਵਾਰਕ ਮੈਂਬਰ ਆਯੁਰਵੈਦਿਕ ਜਿਹੜੀਆਂ ਮੈਡੀਸਿਨ ਹੁੰਦੀਆਂ ਡਾਕਟਰਾਂ ਤੋਂ ਚੋਰੀ ਉਹਨਾਂ ਨੂੰ ਦੇਣੀਆਂ ਸ਼ੁਰੂ ਕਰ ਦਿੰਦੇ ਨੇ, ਕਿਉਂਕਿ ਅੰਦਰ ਅਲਾਉਡ ਨਹੀਂ ਕਰਦੇ। ਅੰਦਰ ਅਲਾਉਡ ਨਹੀਂ ਕਰਦੇ। ਸਾਡੇ ਹੁਣ ਮੈਂ ਨਾਂ ਨਹੀਂ ਲਵਾਂਗਾ, ਸਾਡੇ ਨਾਲ ਸ਼ਹਿਰ ਆ, ਲੁਧਿਆਣਾ ਸ਼ਹਿਰ ਦੇ ਨਾਲ ਇੱਕ ਸ਼ਹਿਰ ਆ, ਉੱਥੇ ਹਸਪੀਟਲ ਦੇ ਵਿੱਚ ਇਹ ਦਵਾਈ ਸਟicker ਪਾੜ ਕੇ ਦਿੱਤੀ ਜਾਂਦੀ ਆ। ਪਹਿਲਾਂ ਬੰਦੇ ਨੂੰ 5-7 ਹਜ਼ਾਰ ਉਹਦਾ ਸ਼ਾਮ ਤੱਕ ਦਾ ਬਿੱਲ ਬਣਾਇਆ ਜਾਂਦਾ ਹੈ, ਤੇ ਸਵੇਰੇ ਉਹਨੂੰ ਪਹਿਲਾਂ ਇਹ ਇੱਕ ਚਮਚ ਦੇ ਦਿੰਦੇ ਨੇ ਤਾਂ ਕਿ ਸ਼ਾਮ ਤੱਕ ਬੰਦਾ ਕਾਇਮ ਹੋਵੇ, ਤਾਂ 8-10 ਹਜ਼ਾਰ ਦਾ ਬਿੱਲ ਬਣਾ ਕੇ ਲੈ ਲੈਂਦੇ ਨੇ। ਉਹ ਖੋਲ ਕੇ ਇੱਕ ਚਮਚ ਦਿੰਦੇ ਨੇ। ਚਲੋ ਉਹਨਾਂ ਦੀ ਆਪਣੀ। ਤੁਸੀਂ ਨਹੀਂ ਇਦਾਂ ਦੇ ਸੌਦੇ? ਅਸੀਂ ਨਹੀਂ ਇਦਾਂ ਦੀ ਕਰਦੇ। ਅਸੀਂ ਤਾਂ, ਸਾਨੂੰ ਕਈ ਵਾਰੀ ਆਫਰ ਆਈ ਹੈ ਵੀ ਇਹਦਾ ਰੇਟ 1200 ਕਰ ਦਿਓ, 1500 ਕਰ ਦਿਓ। ਅਸੀਂ ਕਿਹਾ ਵੀ ਰੇਟ ਇਹਦਾ ਇਹੀ ਰਹਿਣਾ। ਕੀ ਰੇਟ ਹੈ ਇਹਦਾ, ਇਹ ਵੀ ਦੱਸੋ ਕਿ ਲੋਕ। 590 ਰੁਪਏ ਦਾ ਪ੍ਰਿੰਟ ਰੇਟ। ਅੱਛਾ, ਤੇ ਇਹ ਦਾਵਾ ਹੈ ਕਿ 590 ਰੁਪਏ ਦੇ ਵਿੱਚ ਤੁਹਾਡੇ ਲੱਖਾਂ ਦੇ ਇੱਕ ਤਾਂ ਖਰਚੇ ਬਚਣੇ ਨੇ ਤੇ ਤੁਸੀਂ ਠੀਕ ਵੀ ਹੋ ਜਾਣਾ। 590 ਦੇ ਵਿੱਚ 5 ਪੇਸ਼ੈਂਟ ਠੀਕ ਕਰ ਦਿੰਦੀ ਆ ਜੀ ਇਹ। ਅੱਛਾ, ਇੱਥੇ ਤੱਕ ਕਰ ਦਿੰਦੀ ਆ। ਅਬ ਮੁੰਡਾ ਆ ਗਿਆ ਪਿੱਛੇ, ਤੁਸੀਂ ਇਹਨੂੰ ਦੇਖੋਗੇ। ਮੇਰਾ ਖਿਆਲ ਆ ਵੀ ਇਹ ਸਾਡੇ ਕੋਲੇ ਪਹਿਲੀ ਵਾਰੀ 3-4 ਸਾਲ ਪਹਿਲਾਂ ਖੁਦ ਆਪਣੇ ਸੈੱਲਾਂ ਦੀ ਦਵਾਈ ਲੈਣਾ ਆਇਆ ਸੀਗਾ, ਤੇ ਉਸ ਤੋਂ ਬਾਅਦ ਤੁਸੀਂ ਇਹ ਤੋਂ ਪੁੱਛੋ ਵੀ ਇਹਨੇ ਕਿੰਨੇ ਬੰਦਿਆਂ ਨੂੰ ਹੁਣ ਤੱਕ ਭੇਜਿਆ ਹੋਊਗਾ, ਕਿੰਨਿਆਂ ਨੂੰ ਭੇਜਿਆ ਹੋਊਗਾ। ਤੇ ਕੋਈ ਅਲਾਂਭਾ ਸਾਨੂੰ ਤਾਂ ਚਲੋ ਮਹਾਰਾਜ ਦੀ ਕਿਰਪਾ ਨਾਲ ਕੀ ਆਉਣਾ, ਇਹਨੂੰ ਪੁੱਛੋ ਕੋਈ ਅਲਾਂਭਾ ਆਇਆ ਤਾਂ ਗੱਲ ਕਰੋ। ਠੀਕ ਹੈ, ਉਹਨਾਂ ਤੋਂ ਵੀ ਗੱਲਬਾਤ ਕਰ ਲੈਂਦੇ ਹਾਂ। ਤੁਸੀਂ ਵੀ ਜ਼ਰੂਰ ਆਓ, ਕਿਉਂਕਿ ਇਹਨਾਂ ਨੇ ਕਿਹਾ ਕਿ ਇੱਕ ਮਰੀਜ਼ ਹੈ ਜਿਹੜਾ 3-4 ਸਾਲ ਪਹਿਲਾਂ ਇਹਨਾਂ ਦੇ ਕੋਲ ਆਇਆ ਸੀ। ਪਲੀਜ਼ ਬੈਠੋ ਇੱਥੇ। ਹੁਣ ਵੀ ਦਵਾਈ ਲੈਣ ਆਏ ਹੋ? ਹਾਂਜੀ ਬਿਲਕੁਲ ਜੀ। ਹੁਣ ਮੈਨੂੰ ਸਰਵਾਈਕਲ ਦੀ ਦਿੱਕਤ ਸੀਗੀ ਤੇ ਮੈਂ ਇਹਨਾਂ ਕੋਲੇ ਸਰਵਾਈਕਲ ਦੀ ਦਵਾਈ ਲੈਣਾ। ਮੈਂ ਤਾਂ ਐਲੋਪੈਥੀ ਛੱਡਤੀ, ਉਹ ਮੈਂ ਲੈਣੀ ਹੁਣ ਇਹਨਾਂ ਕੋਲ ਆਯੁਰਵੈਦਿਕ ਦਵਾਈਆਂ ਜੀ। ਤੇ ਕਿੰਨੇ ਸੈੱਲ ਸੀਗੇ ਜਦੋਂ ਦਵਾਈ ਲੈਣ ਆਏ ਸੀ? ਸੈੱਲ ਦੀ ਮੇਰੀ ਜੀ 33,000 ਸੀਗੇ, ਤੇ ਮੈਂ 2 ਖੁਰਾਕਾਂ ਲਈਆਂ, ਤੇ ਘੰਟੇ ਡੇਢ ਘੰਟੇ ਬਾਅਦ ਮੈਂ ਉੱਠ ਕੇ ਰੋਟੀ ਵੀ ਖਾ ਲਈ। ਮੈਨੂੰ ਡਾਕਟਰ ਹਸਪੀਟਲ ਐਡਮਿਟ ਸੀਗੇ ਤੁਸੀਂ? ਨਹੀਂ, ਐਡਮਿਟ ਨਹੀਂ ਹੋਇਆ ਸੀਗਾ ਮੈਂ। ਐਕਚੁਅਲੀ ਮੈਨੂੰ ਉਹਨਾਂ ਦਾ ਪਤਾ ਲੱਗ ਗਿਆ ਸੀ ਉਦੋਂ, ਕਹਿੰਦੇ ਵੀ ਐਵੇਂ ਐਡਮਿਟ ਹੋਣ ਦੀ ਲੋੜ ਨਹੀਂਗੀ। ਤੇ ਮੈਂ ਜਿਵੇਂ ਹੀ ਖੁਰਾਕ ਲਈ, ਘੰਟੇ ਡੇਢ ਘੰਟੇ ਮਗਰੋਂ ਮੈਂ ਰੋਟੀ ਖਾ ਲਈ। ਡਾਕਟਰ ਨੇ ਮੈਨੂੰ ਇਹ ਵੀ ਕਿਹਾ ਸੀ ਵੀ ਤੁਸੀਂ ਹਲਕਾ ਫੁਲਕਾ ਖਾਣਾ। ਮੈਂ ਨਾਰਮਲ ਰੋਟੀ ਖਾਧੀ ਤੇ ਬੜੇ ਆਰਾਮ ਨਾਲ ਮੈਂ 3-4 ਘੰਟੇ ਬਾਅਦ ਤਾਂ ਬਿਲਕੁਲ ਹੀ ਠੀਕ ਹੋ ਗਿਆ। ਕਿੱਥੇ ਮੈਂ ਤਾਂ ਟੀਵੀ ਨਹੀਂ ਦੇਖ ਹੋ ਰਿਹਾ ਸੀ, ਮੈਂ ਇੰਨੀ ਹੈਡੇਕ ਹੋ ਰਹੀ ਸੀ ਮੈਨੂੰ, ਤੇ ਮੈਂ ਬੈਠਾ ਨਾਰਮਲ, ਤੇ ਇੱਕ ਦਿਨ ਦੀ ਰੈਸਟ ਕੀਤੀ, ਉਸ ਤੋਂ ਬਾਅਦ ਮੈਂ ਬਿਲਕੁਲ ਸਹੀ ਹੋ ਗਿਆ ਜੀ। ਬਾਹਰ ਇੰਨੀ ਬਰਸਾਤ ਹੋ ਰਹੀ ਹੈ ਤੇ ਤੁਹਾਡੇ ਇੱਕ ਮਰੀਜ਼ ਸ਼ਾਇਦ ਭਿੱਜ ਕੇ ਆਏ ਨੇ, ਪੂਰੀ ਤਰ੍ਹਾਂ ਦੇ ਨਾਲ ਭਿੱਜੇ ਹੋਏ ਨੇ। ਇਹ ਵੀ ਇਹੀ ਦਵਾਈ ਲੈਣ ਆਏ ਨੇ? ਬਿਲਕੁਲ ਜੀ, ਆ ਜਾਓ, ਇਹਨਾਂ ਨੂੰ ਪੁੱਛ ਲੈਂਦੇ ਆ। ਇਹ ਡਾਕਟਰ ਸਾਹਿਬ ਨੇ ਜੀ, ਇਹ ਵੀ ਦਵਾਈ ਲੈਂਦੇ। ਇਹ ਡਾਕਟਰ ਸਾਹਿਬ ਨੇ ਇਹੀ ਦਵਾਈ ਲੈਣ ਆਏ ਹੋਣਗੇ। ਠੀਕ ਹੈ, ਤੁਸੀਂ ਡਾਕਟਰ ਹੋ ਆਪ? ਹਾਂਜੀ, ਮਾਈਸੈਲਫ ਡਾਕਟਰ ਮੋਹਨ ਸਿੰਘ। ਅੱਛਾ, ਤੇ ਤੁਸੀਂ ਆਪ ਇਹਨਾਂ ਤੋਂ ਦਵਾਈ ਲੈਣ ਆਏ ਹੋ? ਨਹੀਂ, ਮੈਂ ਦਵਾਈ ਲੈਣ ਨਹੀਂ ਆਇਆ ਹੈਗਾ। ਮੈਂ ਵੀਰ ਜੀ ਉਹਨਾਂ ਦੇ ਨਾਲ ਪਿਛਲੇ ਤਕਰੀਬਨ 5 ਸਾਲ ਤੋਂ ਅਸੀਂ ਇਕੱਠੇ ਹੀ ਹਾਂ। 5-6 ਸਾਲ ਤੋਂ ਜਾਣਦੇ ਤਾਂ ਬਹੁਤ ਪੁਰਾਣੇ ਆ। ਲੇਕਿਨ ਮੈਂ ਆਪਣੀ ਕਲੀਨਿਕ ਦੇ ਉੱਤੇ ਵੀ ਆਪਣੇ ਪੇਸ਼ੈਂਟਾਂ ਨੂੰ ਇਹ ਦਵਾਈ ਦਿੰਦਾ ਹਾਂ। ਡਾਕਟਰ ਤੁਹਾਡੇ ਕੋਲ ਆ ਰਹੇ ਨੇ? ਹਾਂਜੀ ਹਾਂਜੀ। ਸਾਡੇ ਤਕਰੀਬਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਲੁਧਿਆਣਾ 295। ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਜੀ? ਮੈਂ ਜੀ BMSc ਹਾਂ ਜੀ। ਠੀਕ ਹੈ, ਤੁਸੀਂ ਐਲੋਪੈਥੀ 'ਚ ਬਿਲੀਵ ਨਹੀਂ ਕਰਦੇ? ਮੇਰੀ ਪ੍ਰੈਕਟਿਸ ਹੀ ਸਾਰੀ ਜਿਹੜੀ ਹੈਗੀ ਆ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ ਆ, ਔਰ ਨਾਲ ਮੇਰੀ ਹੈਗੀ ਆਯੁਰਵੈਦਾ ਦੇ ਵਿੱਚ। ਠੀਕ ਹੈ। ਐਲੋਪੈਥੀ ਦੇ ਵਿੱਚ ਤਾਂ ਅਸੀਂ ਪ੍ਰੈਕਟਿਸ ਹੀ ਨਹੀਂ ਕਰਦੇਗੇ। ਐਲੋਪੈਥੀ ਦਾ ਸਾਡੇ ਕੋਲ ਤੁਹਾਨੂੰ -0% ਵੀ ਸਾਲਟ ਨਹੀਂ ਮਿਲੂਗਾ ਕੋਈ ਵੀ। ਤੇ ਹੋਮਿਓਪੈਥੀ ਦੇ ਵਿੱਚ ਸਾਡੇ ਕੋਲ ਸਾਰੇ ਦਾ ਸਾਰਾ ਹੈ ਹੀ ਇਲੈਕਟ੍ਰੋ ਹੋਮਿਓਪੈਥੀ ਆ, ਪਲਾਂਟ ਬੇਸ ਆ ਸਾਰਾ ਹੀ। ਇਹ ਜਿਹੜੀ ਆਯੁਰਵੈਦਿਕ ਆ ਉਹ ਆਲਰੇਡੀ ਪਹਿਲਾਂ ਹੀ ਪਲਾਂਟ ਬੇਸ ਆ ਸਾਰੀ ਦੀ ਸਾਰੀ। ਜਿੰਨੇ ਵੀ ਬੂਟੇ ਹੁੰਦੇ ਆ, ਜੜੀਆਂ ਬੂਟੀਆਂ ਹੁੰਦੀਆਂ ਨੇ, ਤੇ ਸੇਮ ਅਸੀਂ ਵਰਕਿੰਗ ਹੀ ਇਹਦੇ ਵਿੱਚ ਕਰਦੇ ਹਾਂ। ਦੂਸਰਾ ਸਾਡੇ ਕੋਲ ਆਪਸ਼ਨ ਕੋਈ ਨਹੀਂ, ਨਾ ਸਾਨੂੰ ਦੂਜੀ ਚੀਜ਼ ਵਧੀਆ ਲੱਗਦੀ ਹੈ। ਅੱਛਾ, ਕਿਉਂਕਿ ਪੇਸ਼ੈਂਟ ਦੀ ਜਿਹੜੀ ਕਿ ਇੱਕ ਜੜ ਤੋਂ ਰੋਗ ਦੂਰ ਹੋਣਾ ਆ, ਉਹ ਇਸੇ ਪੈਥੀਆਂ ਦੇ ਵਿੱਚ ਆ, ਆਯੁਰਵੈਦਿਕ ਦੇ ਵਿੱਚ ਤੇ ਇਲੈਕਟ੍ਰੋ ਹੋਮਿਓਪੈਥੀ ਦੇ ਵਿੱਚ। ਹੋਮਿਓਪੈਥੀ ਨਹੀਂ, ਇਲੈਕਟ੍ਰੋ ਹੋਮਿਓਪੈਥੀ। ਇਲੈਕਟ੍ਰੋ ਹੋਮਿਓਪੈਥੀ, ਠੀਕ ਹੈ, ਫਰਕ ਹੈ ਦੋਵਾਂ 'ਚ? ਹਾਂਜੀ, ਦੋਨਾਂ 'ਚ ਫਰਕ ਹੈਗਾ ਆ। ਠੀਕ ਹੈ। ਤੇ ਇਲੈਕਟ੍ਰੋ ਹੋਮਿਓਪੈਥੀ ਪਲਾਂਟ ਬੇਸ ਆ ਨਾ, ਮੈਂ ਤੁਹਾਨੂੰ ਦੱਸਿਆ ਵੀ 114 ਪਲਾਂਟਾਂ ਤੋਂ ਤਿਆਰ ਕਰਕੇ ਉਹਦੇ ਵਿੱਚ 38 ਤੇ ਜਿਹੜੇ ਐਦਾਂ ਦੇ ਐਸੈਂਸ਼ੀਅਲ D3 ਅਸੀਂ ਉਹਨੂੰ ਕਹਿੰਦੇ ਆ, ਉਹ ਬਣਦੇ ਆ। ਉਹਦੇ ਵਿੱਚੋਂ ਅਸੀਂ ਡਿਲੂਸ਼ਨ ਬਣਾ ਕੇ ਦਿੰਦੇ ਆ। ਕੈਂਸਰ ਤੱਕ ਦਾ ਟ੍ਰੀਟਮੈਂਟ ਹੁੰਦਾ ਹੈ। ਗਾਇਨੇਜ ਐਨੀਥਿੰਗ, ਜਿੱਦਾਂ
ਫੈਟੀ ਲੀਵਰ ਹੋ ਗਿਆ ਜਾਂ ਕਿਸੇ ਨੂੰ ਸੋਰਾਇਸਿਸ ਹੋ ਗਈ, ਜਿਹੜੀ ਇਹ ਚੀਜ਼ਾਂ ਦਾ ਇਲਾਜ ਐਲੋਪੈਥੀ ਦੇ ਵਿੱਚ ਨਹੀਂ ਹੈਗਾ ਗਾ। ਸਿਰਫ ਐਲੋਪੈਥੀ ਮੈਡੀਸਨ ਆ, ਨੋ ਡਾਊਟ ਸਮੇਂ ਦੇ ਮੁਤਾਬਕ ਬੰਦੇ ਨੂੰ ਫਸਟ ਜਦੋਂ ਕਈ ਵਾਰੀ ਜ਼ਿਆਦਾ ਸੀਰੀਅਸ ਬੰਦਾ ਹੋ ਜਾਂਦਾ ਐਲੋਪੈਥੀ ਨੂੰ ਯੂਜ਼ ਕਰਦੇ ਆ। ਐਲੋਪੈਥੀ ਵੀ ਆਪਣੀ ਜਗ੍ਹਾ ਬਹੁਤ ਅੱਛੀ ਪੈਥੀ ਹੈ, ਮਾੜੀ ਨਹੀਂ ਕਹਿ ਸਕਦੇ ਆਪਾਂ ਕਿਸੇ ਵੀ ਪੈਥੀ ਨੂੰ, ਲੇਕਿਨ ਅੱਜ ਕੱਲ੍ਹ ਲੋਕਾਂ ਦਾ ਰੁਝਾਨ ਜ਼ਿਆਦਾ ਆਯੁਰਵੈਦਾ ਨੂੰ ਲੈ ਕੇ ਤੇ ਹੋਮਿਓਪੈਥੀ ਨੂੰ ਲੈ ਕੇ ਇਲੈਕਟ੍ਰੋ ਹੋਮਿਓਪੈਥੀ ਵੱਲ ਚਲਾ ਗਿਆ, ਕਿਉਂਕਿ ਹਰ ਇੱਕ ਬੰਦਾ ਸੋਚਦਾ ਵੀ ਮੇਰੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਠੀਕ ਹੈ, ਹਾਂਜੀ। ਠੀਕ ਹੈ। ਤਾਂ ਇਹ ਜਿਹੜੀ ਦਵਾਈ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਢੇਰ ਲੱਗਿਆ ਹੋਇਆ ਵੈ ਤੇ ਪਤਾ ਨਹੀਂ ਕਿੰਨੇ ਹੀ ਸਮੇਂ ਦੇ ਵਿੱਚ ਇਹ ਖਤਮ ਹੋ ਜਾਣੀ ਹੈ, ਕਿਉਂਕਿ ਮਰੀਜ਼ ਹੁਣ ਜ਼ਿਆਦਾ ਨੇ। ਤਕਰੀਬਨ ਮੈਡਮ 2 ਦਿਨ ਦੇ ਵਿੱਚ 1-2 ਦਿਨ ਚ ਸ਼ਾਮ ਤੱਕ ਤਕਰੀਬਨ ਖਤਮ ਹੋ ਹੀ ਜਾਂਦੀ ਹੈ ਇਹ, ਕਿਉਂਕਿ ਰੈਗੂਲਰ ਚੱਲਦੀ ਰਹਿੰਦੀ ਹੈ ਇਹ। ਆਮ ਜਿਹੜੇ ਡਾਕਟਰਾਂ ਦੇ ਕੋਲੇ ਆ ਉਹ 2 ਮਹੀਨੇ 1.5 ਮਹੀਨੇ ਦਾ ਸੀਜ਼ਨ ਹੁੰਦਾ, ਪਰ ਸਾਨੂੰ 10-12 ਸਾਲ ਕਰਦਿਆਂ ਨੂੰ ਲਗਾਤਾਰ ਹੋ ਗਏ। ਲੋਕ ਸਾਡੇ ਕੋਲੋਂ ਜੰਮੂ ਤੋਂ ਦੂਰ ਤੋਂ ਪੰਜਾਬ ਤੋਂ ਹਰਿਆਣੇ ਤੋਂ ਯੂਪੀ ਤੋਂ ਕਾਨਪੁਰ ਤੋਂ ਦੂਰੋਂ ਵੀ ਮੰਗਾਉਂਦੇ ਰਹਿੰਦੇ ਨੇ। ਸਾਡਾ ਸਾਰਾ ਸਾਲ ਹੀ ਚੱਲਦਾ ਰਹਿੰਦਾ। ਅੱਛਾ। ਜਿਹਨਾਂ ਨੂੰ ਪਤਾ ਨਾ ਉਹ ਸਾਰਾ ਸਾਲ, ਕਿਉਂਕਿ ਇਹਦੇ ਵਿੱਚ ਇਕੱਲਾ ਇਹ ਨਹੀਂ ਹੈਗਾ ਕਿ ਮੱਛਰ ਦੇ ਡੇਂਗੂ ਨਾਲ ਹੀ ਸੈੱਲ ਘਟਦੇ ਆ, ਟਾਈਫਾਇਡ ਦੇ ਨਾਲ ਸੈੱਲ ਘਟ ਗਏ ਤਾਂ ਵੀ ਕੰਮ ਕਰਦੀ ਆ, ਕੈਂਸਰ ਪੇਸ਼ੈਂਟ ਦੇ ਸੈੱਲ ਘਟ ਗਏ। ਹੁਣ ਇਹਦੇ ਵਿੱਚ ਅਸੀਂ ਹੋਰ ਮੈਡੀਸਨ ਐਡ ਕੀਤੀ ਆ ਜਿਹੜੀ ਕੈਂਸਰ ਦੇ ਸੈੱਲ ਕੈਂਸਰ ਦੇ ਨਾਲ ਵੀ ਘਟਦੇ ਆ, ਉਹਨੂੰ ਵੀ ਪੂਰੇ ਕਰਦੀ ਆ। ਬਲੱਡ ਕੈਂਸਰ ਹੋ ਜੇ ਤਾਂ ਪੂਰੇ ਕਰਦੀ ਆ। ਠੀਕ ਆ, ਇਹਦੇ ਵਿੱਚ ਹੀ ਐਡ ਕਰਤੇ ਇਹਦੇ ਵਿੱਚ ਹੀ ਆ, ਇਹ ਵਿੱਚ ਹੀ ਹਾਂਜੀ ਐਡ ਹੋਈ ਆ। ਠੀਕ ਹੈ। ਤੇ ਜਿਹਨੂੰ ਕੈਂਸਰ ਦੇ ਸੈੱਲ ਨਹੀਂ ਹੈਗੇ ਉਹਨੂੰ ਵੀ ਇਹੀ ਦਵਾਈ ਕੈਂਸਰ ਦੀ ਵਜ੍ਹਾ ਦੇ ਨਾਲ ਸੈੱਲ ਘਟ ਜਾਣ ਤਾਂ ਵੀ ਪੂਰੇ ਕਰੇਗੀ। ਅੱਛਾ। ਹਾਂਜੀ। ਹੋਰ ਕਿਹੜੀਆਂ ਬਿਮਾਰੀਆਂ ਨੇ ਜਿਹੜਾ ਤੁਸੀਂ ਦਾਅਵਾ ਕਰ ਰਹੇ ਹੋ ਕਿ ਠੀਕ ਕਰ ਦੋਗੇ? ਨਹੀਂ, ਬਿਮਾਰੀਆਂ ਦੇ ਵਿੱਚ ਦੇਖੋ ਖਾਸ ਕਰਕੇ ਤਾਂ ਸਾਡੇ ਇਹਦੇ ਨਾਲ ਹੀ ਸਾਡਾ ਸਾਰਾ ਜ਼ੋਰ ਇਹਦੇ ਤੇ ਲੱਗਿਆ ਹੋਇਆ, ਇੱਧਰੋਂ ਹੀ ਨਹੀਂ ਸਾਨੂੰ ਟਾਈਮ ਲੱਗਦਾ। ਇੱਕ ਸਾਡੇ ਕੋਲ ਟਾਈਫਾਇਡ ਦੀ ਹੈਗੀ ਆ, ਟਾਈਫਾਇਡ ਦੀ ਆ ਗੋਲੀ ਹੈਗੀ ਆ, ਚਾਹੇ 15 ਸਾਲ ਪੁਰਾਣਾ 20 ਸਾਲ ਪੁਰਾਣਾ 10 ਸਾਲ ਪੁਰਾਣਾ ਚਾਹੇ ਹੁਣ ਦਾ, ਅਸੀਂ ਇੱਕ ਗੋਲੀ ਤੋਂ ਵੱਧ ਕਦੇ ਦੂਜੀ ਗੋਲੀ ਨਹੀਂ ਦਿੱਤੀ। ਅੱਛਾ, ਸਿਰਫ ਸਿੰਗਲ ਗੋਲੀ ਹੈ? ਸਿੰਗਲ ਹੀ ਗੋਲੀ, ਦੂਜੀ ਗੋਲੀ ਦਿੱਤੀ ਨਹੀਂ। ਜੇ ਕੋਈ ਆ ਕੇ ਕਹਦੇ ਵੀ ਮੈਂ 6 ਮਹੀਨੇ ਪਹਿਲਾਂ ਖਾਧੀ ਆ, ਉਹਨੂੰ ਕਹਿਣਾ ਤੈਨੂੰ ਖਾਣ ਦੀ ਲੋੜ ਹੀ ਨਹੀਂ। ਅੱਛਾ, ਨਾ, ਠੀਕ ਹੋ ਜਾਂਦਾ? ਬਿਲਕੁਲ ਠੀਕ ਹੋਊਗਾ। ਇਹ ਦਾਅਵਾ ਕਰ ਰਹੇ ਹੋ ਤੁਸੀਂ? ਇਹ ਬਹੁਤ ਵੱਡੀ ਗੱਲ ਹੈ। ਘੱਟ ਤੋਂ ਘੱਟ ਜੀ ਸਾਡੇ 50 ਡਾਕਟਰ ਲੈ ਕੇ ਜਾਂਦੇ ਨੇ, ਉਹ ਅੱਗੇ ਉਹ ਵੇਚਦੇ ਨੇ ਡਾਕਟਰ। ਇੱਕ ਤਾਂ ਸਾਡੇ ਪਿੱਛੇ ਹੀ ਖੜੇ ਨੇ ਸ਼ਾਇਦ। ਇਹ ਵੀ ਲੈ ਕੇ ਜਾਂਦੇ ਨੇ। ਪੇਸ਼ੈਂਟ ਨੂੰ ਜਵਾਬ ਨਹੀਂ ਨਾ ਦੇਣਾਗਾ, ਪੇਸ਼ੈਂਟ ਦੀ ਸੈਟੀਸਫਾਈ ਕਰਨੀ ਆ, ਉਹਦੀ ਹੈਲਥ ਬੈਸਟ ਹੋਣੀ ਚਾਹੀਦੀ ਹੈ। ਫਿਰ ਗੋਡਿਆਂ ਦਾ ਗਰੀਸ, ਆਵਾਜ਼ਾਂ ਆਉਣ ਲੱਗ ਜਾਂਦੀਆਂ ਗੋਡਿਆਂ 'ਚੋਂ। ਗੋਡਿਆਂ ਦੇ ਗਰੀਸ ਵਾਸਤੇ ਸਾਡੇ ਕੋਲ ਸਪੈਸ਼ਲ ਪੰਜੀਰੀ ਆ, 1 ਮਹੀਨਾ ਖਿਲਾ ਦਿਓ, ਗੋਡਿਆਂ ਦੀ ਗਰੀਸ ਦੀ ਆਵਾਜ਼ ਬੰਦ ਨਾ ਹੋਈ ਤਾਂ ਉਹਨੂੰ ਦਵਾਈ ਫਰੀ ਦੇ ਉਹਦੇ ਪੈਸੇ ਵਾਪਸ ਹੋਣਗੇ। ਅੱਛਾ, ਇਹ ਵੀ 10 ਸਾਲਾਂ ਤੋਂ ਠੀਕ ਕਰ ਰਹੇ ਹੋ? ਇਹ ਵੀ ਕਰਦੇ ਆ। 1 ਮਹੀਨੇ 'ਚ ਉਹ ਬੰਦਾ ਦੱਸੂਗਾ ਵੀ ਮੇਰੀ ਜਿਹੜੀ ਗੋਡਿਆਂ ਦੀ ਜਿਹੜੀ ਕੜ ਆਵਾਜ਼ ਸੀਗੀ ਉਹ ਤੇ ਤਕਰੀਬਨ ਖਤਮ ਹੋ ਗਈ ਆ, ਪਰ ਅਸੀਂ ਕਹਿੰਦੇ ਆ ਵੀ 3 ਮਹੀਨੇ ਖਾ ਲਾ। ਅੱਛਾ, ਆਵਾਜ਼ ਬੰਦ, ਹਾਂਜੀ, ਗਰੀਸ ਪੈਦਾ ਹੋਊਗੀ ਦੁਬਾਰਾ। ਤੇ ਉਹਦੀ ਕਿੰਨੀ ਕੀਮਤ ਹੈ? ਉਹ ਹਫਤੇ ਦੀ ਤਕਰੀਬਨ ਅਸੀਂ 200 ਦੀ ਦਿੰਦੇ ਆ। ਠੀਕ ਹੈ ਜੀ। ਹਸਪਤਾਲਾਂ ਦੇ ਵਿੱਚ ਜਾ ਕੇ ਲੱਖਾਂ ਖਰਚਣ ਨਾਲੋਂ ਤਾਂ ਬਿਹਤਰ ਹੀ ਹੈ ਮੇਰੇ ਖਿਆਲ। ਕਈ ਬੰਦੇ ਇਹ ਆਏ ਜੀ ਜਿਨ੍ਹਾਂ ਨੇ ਆਪਰੇਸ਼ਨ ਕਰਾਇਆ ਗੋਡਿਆਂ ਦੇ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਤੁਰਿਆ ਨਹੀਂ ਜਾਂਦਾ, ਉਹਨਾਂ ਦੇ ਫੇਰ ਦਰਦ ਆ, ਉਹ ਵੀ ਦਵਾਈ ਲੈਣ ਆਉਂਦੇ ਨੇ, ਵਾਰ-ਵਾਰ ਆਉਂਦੇ ਨੇ। ਕਿਉਂ ਆਉਂਦੇ ਆ ਤਾਂ ਹੁਣ ਉੱਪਰ ਵਾਲਾ ਜਾਣਦਾ। ਆਪਰੇਸ਼ਨ ਦੇ ਵਿੱਚ ਕੀ ਗਿਆ ਤੇ ਇਸ ਦਵਾਈ ਦੇ ਵਿੱਚ ਕੀ ਆਇਆ ਤਾਂ ਹੁਣ ਉੱਪਰ ਵਾਲਾ ਹੀ ਜਾਣਦਾ। ਕਦੀ ਚੈਲੰਜ ਕੀਤਾ ਕਿਸੇ ਨੇ, ਹੋਮਿਓਪੈਥੀ ਐਲੋਪੈਥੀ ਡਾਕਟਰ ਨੇ ਆ ਕੇ ਚੈਲੰਜ ਕੀਤਾ ਜੋ ਤੁਸੀਂ ਕਰ ਰਹੇ ਹੋ ਗਲਤ ਹੈ, ਜੋ ਅਸੀਂ ਕਰ ਰਹੇ ਹਾਂ ਠੀਕ ਹੈ? ਚੈਲੰਜ ਸਾਨੂੰ ਕਰ ਹੀ ਨਹੀਂ ਸਕਦਾ, ਅਸੀਂ ਐਲੋਪੈਥੀ ਦੇ ਬਾਰੇ ਤਾਂ ਜਾਣਦੇ ਨਹੀਂ। ਸਾਨੂੰ ਆ ਕੇ ਕੋਈ ਸਿਰਦਰਦ ਦੀ ਗੋਲੀ ਦੇ ਵੀ ਸਪੈਲਿੰਗ ਪੁੱਛੇ ਸਾਨੂੰ ਨਹੀਂ ਆਉਂਦੀ, ਅਸੀਂ ਪੜ੍ਹੇ ਹੀ ਨਹੀਂ ਉਹ। ਇਹਦੇ ਵਿੱਚ ਸਾਨੂੰ ਕੀ ਚੈਲੰਜ ਕਰੂਗੇ? ਪਿਓਰ ਹਰਬਲ ਸ਼ਹਿਦ ਪੈਂਦਾ ਇਹਦੇ ਵਿੱਚ? ਹਾਂਜੀ ਸ਼ਹਿਦ ਪੈਂਦਾ, ਬਾਕੀ ਉੱਪਰ ਆਈਟਮਾਂ ਜਿਹੜੀਆਂ ਲਿਖੀਆਂ ਹੋਈਆਂ ਨੇ ਸਾਰੀਆਂ ਇਹੀ ਪੈਂਦੀਆਂ ਨੇ, ਪਰ ਇਹਨਾਂ ਨੂੰ ਬਣਾਉਣ ਦਾ ਤਰੀਕਾ ਕਈ ਬੰਦੇ ਹੁਣ ਜਿਵੇਂ ਬਾਜ਼ਾਰ ਦੇ ਵਿੱਚ ਦੇਖਿਆ ਮੈਂ, ਇਹਦੇ ਨਾਲ ਦੇ ਰਲਦੇ ਮਿਲਦੇ ਨਾਂ ਰੱਖ ਲੈਂਦੇ ਆ, ਰੱਖੇ ਆ ਹੁਣ ਵੀ ਨਾਂ ਉਹ ਰੱਖੇ ਆ, ਰਲਦੇ ਮਿਲਦੇ ਨਾਂ ਤਾਂ ਰੱਖੇ, ਸਾਰਾ ਕੁਝ ਇਹ ਵੀ ਸੇਮ ਕਰਕੇ 1-2 ਆਈਟਮਾਂ ਵਧਾ ਲਈਆਂ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੀ ਬਣਾਉਣ ਦੀ ਵਿਧੀ ਕੀ ਆ। ਜਦੋਂ ਤੁਸੀਂ ਉਹਨੂੰ ਚੈੱਕ ਕਰੋ, ਇਹਨੂੰ ਚੈੱਕ ਕਰੋਗੇ, ਜ਼ਮੀਨ ਤੇ ਅਸਮਾਨ ਦਾ ਫਰਕ ਪੈ ਜਾਣਾ। ਮੈਂ ਗਾਰੰਟੀ ਦਿੰਦਾ, ਅਸੀਂ 3 ਸਾਲ ਲਿਖਿਆ, ਇਹਦੀ ਐਕਸਪਾਇਰੀ ਡੇਟ 3 ਸਾਲ ਸਾਨੂੰ ਲਿਖਣੀ ਪੈਂਦੀ ਆ, ਪਰ 50 ਸਾਲ ਨਹੀਂ ਖਰਾਬ ਹੋ ਸਕਦੀ, ਇਹ ਵੀ ਗਾਰੰਟੀ ਆ। ਅੱਛਾ, ਕਿਉਂਕਿ ਜੋ ਇਹਦੇ ਵਿੱਚ ਪਾਇਆ ਇਹਦੀ ਵਿਧੀ ਇਦਾਂ ਦੀ ਆ, ਅਸੀਂ ਵਿਧੀ ਦੇ ਨਾਲ ਬਣਾਉਂਦੇ ਆ ਇਹਨੂੰ। ਲੋਕ ਕੀ ਕਰਦੇ ਆ, ਭੁੰਨਿਆ ਪੀਸਿਆ ਪਾਇਆ, ਜਿੰਨੀ ਪੁਰਾਣੀ ਹੋਊਗੀ ਉਨੀ ਹੀ ਜ਼ਿਆਦਾ ਵਧੀਆ ਕੰਮ ਕਰੂਗੀ ਇਹ। ਠੀਕ ਹੈ। ਹਰ ਇੱਕ ਚੀਜ਼ ਮਾਇਨੇ ਰੱਖਦੀ ਆ ਨਾ ਵੀ ਆਪਾਂ ਇਹਨੂੰ ਕਿੰਨੇ ਟੈਂਪਰੇਚਰ ਦੇ ਉੱਤੇ ਤਿਆਰ ਕਰਨਾ। ਇਹਦਾ ਕੀ ਹੈ ਕਿ ਰੈਫਰੀਜਰੇਟਰ 'ਚ ਰੱਖਣਾ ਹੈ ਜਾਂ ਨਾਰਮਲ ਜਿਹੜਾ ਰੂਮ ਟੈਂਪਰੇਚਰ? ਨਾਰਮਲ ਜਿੱਥੇ ਮਰਜ਼ੀ ਰੱਖੋ। ਸਰਦੀਆਂ ਦੇ ਵਿੱਚ ਕੀ ਹੋ ਜਾਊਗਾ, ਜੰਮ ਜੂਗੀ, ਗਰਮੀਆਂ ਦੇ ਵਿੱਚ ਆ ਕੇ ਫਿਰ ਆਪਣੇ ਰੂਪ 'ਚ ਆ ਜਾਣਾ, ਕੁਛ ਗੱਲ ਨਹੀਂ ਹੈਗੀ। ਠੀਕ ਹੈ, ਜਿੱਦਾਂ ਮਰਜ਼ੀ ਖਾ ਲਓ। ਠੀਕ ਹੈ। ਇਮਿਊਨਿਟੀ ਬੂਸਟਰ, ਇਮਿਊਨਿਟੀ ਵਧਾਉਣੀ ਹੈ ਨੇ, ਲੀਵਰ ਗਾਰਡ ਆ, ਲੀਵਰ ਵਾਸਤੇ ਵਧੀਆ ਹੈ, ਸੈੱਲਾਂ ਦੀ ਤਾਂ ਕੋਈ ਪ੍ਰੋਬਲਮ ਨਹੀਂ। ਜਿਸ 590 ਰੁਪਏ ਦੇ ਵਿੱਚ ਇੱਕ ਪੈਕੇਜ ਜਿਹਾ ਦੇ ਰਹੇ ਹੋ ਜਿਹਦੇ ਨਾਲ ਸਿਹਤਮੰਦ ਰਹਿ ਸਕਦੇ, ਜੋ ਮਰਜ਼ੀ ਕਰੀ ਜਾਵੇ, ਜੋ ਮਰਜ਼ੀ ਪ੍ਰੋਬਲਮ ਹੋਵੇ। ਠੀਕ ਆ, ਜਿਵੇਂ ਜੌਂਡਿਸ ਹੋ ਗਿਆ, ਜੌਂਡਿਸ ਕਾਰਨ ਵੀ ਪੀਲੇ ਸੈੱਲ ਘਟ ਜਾਂਦੇ ਨੇ, ਇਹਨੇ ਉਹਨੂੰ ਵੀ ਚੱਕਦੇ ਨੇ। ਜਦ ਕਿ ਲੋਕ ਕਹਿਣਗੇ ਵੀ ਇਹਦੇ ਵਿੱਚ ਸ਼ਹਿਦ ਪਾਇਆ ਹੋਇਆ ਹੈ,
ਵੀ ਇਹ ਸ਼ਾਇਦ ਇਹਦੀ ਤਸੀਰ ਗਰਮ ਹੋਊਗੀ, ਇਦਾਂ ਦਾ ਵੀ ਕੁਝ ਨਹੀਂ ਆ, ਕਿਉਂਕਿ ਨਾਲ ਹੋਰ ਤਸੀਰ ਦੇ ਨਾਲ ਠੰਡੀਆਂ ਵੀ ਹੈਗੀਆਂ ਆਈਟਮਾਂ, ਇਸ ਕਰਕੇ ਅਸੀਂ ਜੌਂਡਿਸ ਵਾਲੇ ਨੂੰ ਵੀ ਦੇ ਦਿੰਦੇ ਹਾਂ। ਹਾਂ ਠੀਕ ਹੈ। ਜੋ ਕਾਪੀ ਕਰਦੇ ਨੇ ਉਹਨਾਂ ਦਾ ਨਹੀਂ ਪਤਾ, ਜੋ ਕਾਪੀ ਕਰਦੇ ਉਹ ਕੀ ਕਰਦੇ ਆ ਉਹਨਾਂ ਦਾ ਸਾਨੂੰ ਨਹੀਂ ਪਤਾ, ਪਰ ਸਾਨੂੰ ਪਤਾ ਵੀ ਇਹਦੇ ਵਿੱਚ ਸਾਡੀ ਜਿਹੜੀ ਹੈ ਜੌਂਡਿਸ ਵਾਲੇ ਨੂੰ ਵੀ ਨਹੀਂ ਨੁਕਸਾਨ ਕਰਦੀ। ਇੱਕ ਦਵਾਈ ਕਾਫੀ ਬਿਮਾਰੀਆਂ ਨੂੰ ਠੀਕ ਕਰ ਰਹੀ ਹੈ। ਬਿਲਕੁਲ, ਜਦੋਂ ਸੈੱਲ ਕਾਰਨ ਤਾਂ ਸਾਰਾ ਕੁਝ ਹੀ ਖਰਾਬ ਹੋ ਜਾਂਦਾ। ਜਦ ਤੁਸੀਂ ਇਹ ਦਾਵਾ ਕਰਦੇ ਹੋ ਕਿ ਇੱਕ ਖੁਰਾਕ ਦੇ ਨਾਲ ਕਾਫੀ ਅਸਰ ਪੈਣਾ ਸ਼ੁਰੂ ਹੋ ਜਾਣਾ ਤੇ ਜੇ ਪੂਰੀ ਡੱਬੀ ਖਾ ਲਓਗੇ ਤਾਂ ਲੋੜ ਹੀ ਨਹੀਂ ਪੈਣੀ ਕੁਝ। ਮੈਡਮ ਤੁਸੀਂ 2-4 ਡੱਬੀਆਂ ਲੈ ਜਿਓ, ਤੁਹਾਡੇ ਨੇੜੇ ਤੇੜੇ ਕਿਸੇ ਨੂੰ ਹੋਈ ਨਾ, ਉਹਨੂੰ ਕभी ਇੱਕੋ ਹੀ ਚਮਚ ਦੇਣਾ, ਡੱਬੀ ਨਹੀਂ ਦੇਣੀ, ਇੱਕੋ ਹੀ ਚਮਚ ਦੇਣਾ, ਤੁਹਾਨੂੰ 4 ਘੰਟੇ ਬਾਅਦ ਦੱਸੂਗਾ ਕਿ ਮੈਡਮ ਮੈਨੂੰ ਖਿਲਾਇਆ ਕੀ ਆ। ਅੱਛਾ ਅਫੀਮ ਵਾਂਗੂ ਕੰਮ ਕਰਦੀ ਹੈ। ਠੀਕ ਹੈ, ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਤਾਂ ਬੜੀ ਵੱਡੀ ਗੱਲ ਇੱਥੇ ਲਿਖੀ ਹੋਈ ਹੈ ਕਿ ਇੱਥੇ ਡੇਂਗੂ ਸੈੱਲ ਕੱਟਣ ਦਾ ਇਲਾਜ ਸਿਰਫ ਇੱਕ ਖੁਰਾਕ ਦੇ ਨਾਲ ਕੀਤਾ ਜਾਂਦਾ ਹੈ, ਇੱਥੇ ਟਾਈਫਾਇਡ ਦਾ ਇਲਾਜ ਸਿਰਫ ਇੱਕ ਗੋਲੀ ਦੇ ਨਾਲ ਕੀਤਾ ਜਾਂਦਾ ਹੈ। ਇਹ ਬਹੁਤ ਵੱਡਾ ਦਾਅਵਾ ਹੈ ਇਹਨਾਂ ਦਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਮਰੀਜ਼ ਇੱਕ ਵਾਰ ਹਸਪਤਾਲ ਚਲਾ ਜਾਂਦਾ ਹੈ ਤਾਂ ਅੰਦਰ ਜਾਣ ਦਾ ਰਾਹ ਤਾਂ ਉਹਨੂੰ ਪਤਾ ਹੁੰਦਾ ਹੈ, ਪਰ ਬਾਹਰ ਜਾਣ ਦਾ ਜਿਹੜਾ ਬਾਹਰ ਨਿਕਲਣ ਦਾ ਜਿਹੜਾ ਰਾਹ ਹੁੰਦਾ ਹੈ ਉਹ ਕਦੋਂ ਮਿਲਣਾ ਉਸ ਰਾਹ ਨੂੰ, ਕਦੋਂ ਉਸ ਰਾਹ ਤੇ ਪੈਣਾ ਅਸੀਂ ਨਹੀਂ ਜਾਣਦੇ ਹੁੰਦੇ। ਹੱਥ ਦੇ ਵਿੱਚ ਜਦੋਂ ਲੱਖਾਂ ਦਾ ਬਿੱਲ ਫੜਾ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਪਛਤਾਵਾ ਹੁੰਦਾ, ਤਾਂ ਉਹ ਪਛਤਾਣ ਨਾਲੋਂ ਚੰਗਾ ਅੱਜ ਤੁਹਾਨੂੰ ਇਹ ਦੱਸਣ ਆਇਆ ਕਿ ਜੇਕਰ ਸੈੱਲ ਕੱਟ ਜਾਂਦੇ ਨੇ, 3000 ਸੈੱਲ ਵੀ ਇਹਨਾਂ ਨੇ ਵਧਾਏ ਨੇ, 3000 ਤੱਕ ਜਦੋਂ ਸੈੱਲ ਰਹਿ ਜਾਂਦੇ ਨੇ ਤਾਂ ਜੀਣ ਦੀ ਉਮੀਦ ਜਿਹੜੀ ਉਹ ਖਤਮ ਹੋ ਜਾਂਦੀ ਹੈ। ਬਹੁਤ ਵਾਰ ਡਾਕਟਰਸ ਵੱਲੋਂ ਵੀ ਜਵਾਬ ਦੇ ਦਿੱਤਾ ਜਾਂਦਾ ਹੈ, ਪਰ ਉਸ ਮਰੀਜ਼ ਨੂੰ ਵੀ ਇਸ ਇੱਕ ਦਵਾਈ ਨੇ ਠੀਕ ਕੀਤਾ ਹੈ। ਤਾਂ ਬਲਬੀਰ ਸਿੰਘ ਜੀ ਇਹ ਦਾਅਵਾ ਕਰ ਰਹੇ ਨੇ ਕਿ ਕੋਈ ਵੀ ਆ ਕੇ ਚੈਲੰਜ ਕਰ ਸਕਦਾ ਇਸ ਦਵਾਈ ਨੂੰ। ਇਸ ਦਵਾਈ ਨੇ 12 ਸਾਲਾਂ ਤੋਂ ਲੱਖਾਂ ਮਰੀਜ਼ ਠੀਕ ਕੀਤੇ ਨੇ। ਪੀਸੈਲ ਨਾਮ ਹੈ ਇਸ ਦਵਾਈ ਦਾ। ਇਸ ਦਵਾਈ ਦੀ ਕਾਪੀ ਵੀ ਤੁਹਾਨੂੰ ਬਾਜ਼ਾਰ ਦੇ ਵਿੱਚ ਜ਼ਰੂਰ ਮਿਲਦੀ ਹੋਵੇਗੀ, ਪਰ ਅਸਲ ਚੀਜ਼ ਹੈ ਜਿਹੜੀ ਉਹ ਅਸਲ ਹੀ ਹੁੰਦੀ ਹੈ ਜੋ ਇਹਨਾਂ ਨੇ ਹੱਥ ਦੇ ਵਿੱਚ ਫੜੀ ਹੋਈ ਹੈ। ਤਾਂ ਜੇਕਰ ਤੁਹਾਡੇ ਘਰ ਦੇ ਵਿੱਚ, ਤੁਹਾਡੇ ਨੇੜੇ ਤੇੜੇ, ਤੁਹਾਡੇ ਸਕੇ ਸੰਬੰਧੀ, ਤੁਹਾਡੇ ਰਿਸ਼ਤੇਦਾਰਾਂ ਨੂੰ ਇਹ ਤਕਲੀਫ ਹੈ, ਸੈੱਲ ਕੱਟੇ ਹੋਏ ਨੇ ਜਾਂ ਹੋਰ ਵੀ ਜਿਹੜੀਆਂ ਵੀ ਬਿਮਾਰੀਆਂ ਦਾ, ਤਕਲੀਫਾਂ ਦਾ ਇਹਨਾਂ ਨੇ ਨਾਮ ਲਿੱਤਾ ਜਿਸ ਦਾ ਸ਼ਰਤੀਆ ਇਲਾਜ ਇਹ ਕਰਦੇ ਨੇ, ਤਾਂ ਜ਼ਰੂਰ ਇਹਨਾਂ ਨੂੰ ਕੰਟੈਕਟ ਕਰਨ। ਤੁਹਾਨੂੰ ਅਸੀਂ ਕੰਟੈਕਟ ਨੰਬਰ ਵੀ ਜ਼ਰੂਰ ਦੇਵਾਂਗੇ, ਤੁਸੀਂ ਸਕਰੀਨਸ ਤੇ ਹੀ ਦੇਖ ਸਕਦੇ ਹੋ। ਤਾਂ ਇਸ ਖਾਸ ਮੁਲਾਕਾਤ ਦੇ ਵਿੱਚ ਫਿਲਹਾਲ ਇਹਨਾਂ ਹੀ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਬਹੁਤ-ਬਹੁਤ ਧੰਨਵਾਦ ਉਹਨਾਂ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਉਣ ਦੇ ਲਈ ਜਿਹੜੇ ਸ਼ਾਇਦ ਘੱਟ ਪੈਸੇ ਹੋਣ ਕਰਕੇ ਇਲਾਜ ਨਹੀਂ ਕਰਵਾ ਪਾਉਂਦੇ, ਬਹੁਤ ਵਾਰ ਜਾਨ ਵੀ ਚਲੀ ਜਾਂਦੀ। ਬਿਲਕੁਲ ਜੀ ਬਿਲਕੁਲ, ਸਾਡੇ ਕੋਲ ਕਈ ਵਾਰੀ ਇਹੋ ਜਿਹੇ ਗਰੀਬ ਆਦਮੀ ਆਉਂਦੇ ਨੇ, ਉਹਨਾਂ ਨੂੰ ਇਦਾਂ ਵੀ ਫੜਾ ਦਈਦੀ ਆ, ਜਿੱਥੇ ਪਹਿਲਾਂ ਇੰਨਾ ਚਿਰ ਕਰਦੇ ਸੀਗੇ ਹੁਣ ਵੀ ਕਹਿੰਦੇ ਵੀ ਚੱਲ ਜਾਨ ਬਚਣੀ ਚਾਹੀਦੀ ਹੈ। ਇਦਾਂ ਦੀ ਕੋਈ ਐਸੇ ਵੀ ਇਹਦੇ ਵਿੱਚ ਇਸੇ ਕਰਕੇ ਅਸੀਂ ਰੇਟ ਨਹੀਂ ਵਧਾਉਂਦੇ, ਜੈਨੂਅਨ ਰੇਟ ਰੱਖਿਆ ਹੋਇਆ ਸਾਡਾ ਖਰਚੇ ਦੇ ਮੁਤਾਬਕ, ਵੀ ਕਿਸੇ ਗਰੀਬ ਦਾ ਭਲਾ ਹੋ ਜਾਏ। ਇਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਕਿ ਗੱਡੀ 'ਚ ਆ ਗਿਆ ਚੱਲ ਉਹਨੂੰ ਇੰਨੇ ਦੀ ਦੇ ਦਿਓ, ਗੱਡੀ ਸਟicker ਲਾ ਕੇ, ਇਦਾਂ ਦਾ ਨਹੀਂ। ਸਿਰਫ ਇਹਨੂੰ ਇਸੇ ਕਿ ਇਹ ਬਿਮਾਰੀ ਜਿਹੜੀ ਆ ਕਿਸੇ ਦੀ ਜਾਨ ਨਾ ਲਵੇ, ਇਸ ਕਰਕੇ ਇਹਦਾ ਇਸ ਤੋਂ ਵੱਧ ਰੇਟ ਅਸੀਂ ਰੱਖਣਾ ਵੀ ਨਹੀਂ ਹੈਗਾ। ਇਹ ਪੀਸੈਲ ਦੇਸ਼ ਦੇ ਵਿੱਚ ਹੀ, ਪੰਜਾਬ ਜਾਂ ਆਪਣੇ ਦੇਸ਼ ਦੇ ਵਿੱਚ ਹੀ ਵੇਚ ਰਹੇ ਹੋ ਕਿ ਵਿਦੇਸ਼ਾਂ 'ਚ ਵੀ ਜਾਂਦੀ ਹੈ ਇਹ ਦਵਾਈ? ਕਈ ਡਾਕਟਰਸ ਆਉਂਦੇ ਨੇ ਜੀ ਬਾਹਰੋਂ, ਜਿਹੜੀ ਇੱਥੋਂ ਲੈ ਜਾਂਦੇ ਨੇ ਦਿੱਲੀ ਤੋਂ, ਫਿਰ ਉਹ ਬਾਈ ਆਪਣਾ ਕੋਰੀਅਰ ਕੰਟੇਨਰ ਦੇ ਥਰੂ ਬਾਹਰ ਲੈ ਜਾਂਦੇ ਆ। ਤੇ ਇਸੇ ਨਾਮ ਤੋਂ ਵਿਕ ਰਹੀ ਹੈ ਬਾਹਰ? ਨਹੀਂ, ਇਸੇ ਨਾਮ ਤੇ ਨਹੀਂ। ਮੇਰੀ ਹੁਣ ਦਵਾਈ ਉਹਨਾਂ ਨੇ ਲੈ ਕੇ ਗਏ ਸੀ, ਸਾਊਥ ਅਫਰੀਕਾ ਗਈ ਸੀ। ਸਾਊਥ ਅਫਰੀਕਾ ਦੇ ਵਿੱਚ ਲਿਜਾ ਕੇ ਉਹਨਾਂ ਨੇ ਮੈਨੂੰ ਵੀਡੀਓ ਭੇਜੀ ਵੀ ਤੁਹਾਡੀ ਦਵਾਈ ਦਾ ਦੇਖੋ ਕੀ ਹੋ ਰਿਹਾ। ਵੀਡੀਓ ਭੇਜੀ ਉਹਨਾਂ ਨੇ, ਇਹਦੀ ਸਾਰੀ ਸਟicker ਲੇਬਲਿੰਗ ਉਤਾਰ ਕੇ ਤੇ ਫਿਰ ਉਹ ਆਪਣੀ ਭਾਸ਼ਾ ਦੇ ਵਿੱਚ ਉੱਥੇ ਲਾਉਂਦੇ ਆ। ਅੱਛਾ, ਆਪਣੇ ਰੇਟ ਲਗਾ ਕੇ? ਆਪਣੇ ਰੇਟ ਲਾਉਂਦੇ ਨੇ, ਆਪਣੇ ਰੇਟ ਲਾ ਕੇ ਲੈ। ਹੁਣ ਵੀ ਉਹਨਾਂ ਦਾ ਮੈਨੂੰ ਆਇਆ ਪਿਆ ਆਰਡਰ, 200 ਪੀਸ ਦਾ ਆਰਡਰ ਉਹਨਾਂ ਦਾ ਹੋਰ ਆਇਆ ਹੋਇਆ, ਕਹਿੰਦੇ ਜੀ ਦਿੱਲੀ ਪਹੁੰਚਾ ਦਿਓ। ਉਹ ਕੋਰੀਅਰ ਅਸੀਂ ਦਿੱਲੀ ਕਰ ਦੇਣਾ, ਉੱਥੋਂ ਕੰਟੇਨਰ 'ਚ ਲੈ ਜਾਣਗੇ। ਕਿਹੜੇ ਦੇਸ਼ ਹੋਰ ਗਈ ਹੋਈ ਹੈ ਦਵਾਈ? ਇਹ ਅਮਰੀਕਾ, ਕੈਨੇਡਾ ਵੀ ਗਈ ਹੋਈ ਆ। ਅੱਛਾ, ਜਿਹੜੇ ਬੰਦੇ ਇੱਥੋਂ ਜਾਂਦੇ ਨੇ ਉਹਨਾਂ ਨੂੰ ਪ੍ਰੋਬਲਮ ਹੋਵੇ ਜਾਂ ਨਾ ਹੋਵੇ, ਨਾਲ 4-4 10-10 ਡੱਬੀਆਂ ਨਾਲ ਲੈ ਕੇ ਜ਼ਰੂਰ ਜਾਂਦੇ ਆ। ਠੀਕ ਹੈ, ਜਿਹੜੇ ਇਸ ਦਵਾਈ ਬਾਰੇ ਜਾਣੂ ਨੇ ਜਿਹੜੇ ਉਹ ਨਾਲ ਲੈ ਕੇ ਜਾਂਦੇ ਨੇ। ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ। ਡੇਲੀ ਪੋਸਟ ਪੰਜਾਬੀ ਦੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਦੇ ਲਈ ਤੇ ਇੱਕ ਉਮੀਦ ਜਗਾਉਣ ਦੇ ਲਈ ਕਿ ਜ਼ਿੰਦਗੀ ਜਿਉਣ ਦੇ ਲਈ ਹੈ, ਪਰ ਘੱਟ ਪੈਸੇ ਹੋਣ ਕਰਕੇ ਕਿਸੇ ਦੀ ਜ਼ਿੰਦਗੀ ਖਤਮ ਹੋਏ, ਇਹ ਗਲਤ ਹੈ। ਜੇ ਅਜਿਹਾ ਹੁੰਦਾ ਤਾਂ ਗਲਤ ਹੈ। ਤੁਸੀਂ 590 ਰੁਪਏ ਦੇ ਵਿੱਚ ਬਹੁਤ ਸਾਰੀ ਬਿਮਾਰੀਆਂ ਦਾ ਹੱਲ ਕੱਢ ਸਕਦੇ ਹੋ। ਤਾਂ ਇਹ ਹੱਥ ਦੇ ਵਿੱਚ ਜੋ ਤੁਸੀਂ ਦਵਾਈ ਫੜੀ, ਇੱਕ ਵਾਰ ਫਿਰ ਤੋਂ ਦਿਖਾਓ। ਪੀਸੈਲ ਨਾਮ ਹੈ ਇਸ ਦਵਾਈ ਦਾ। ਤਾਂ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਡਾਕਟਰ ਬਲਬੀਰ ਸਿੰਘ ਨੂੰ ਕੰਟੈਕਟ ਕਰ ਸਕਦੇ ਹੋ। ਇਸ ਖਾਸ ਪੇਸ਼ਕਸ਼ ਦੇ ਫਿਲਹਾਲ ਨਹੀਂ, ਮੈਨੂੰ ਦਿਓ ਇਜਾਜ਼ਤ। ਡੇਲੀ ਪੋਸਟ ਪੰਜਾਬੀ ਦੇ ਲਈ ਕੈਮਰਾਮੈਨ ਵਿੱਕੀ ਦੇ ਨਾਲ ਸੁਮਨ ਜੇਠਲੀ, ਲੁਧਿਆਣਾ। ਧੰਨਵਾਦ।